ਕਰਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਤੇ ਇਹਨਾਂ ਖਬਰਾਂ ਉੱਤੇ ਮਾਰਾਂਗੇ ਚਾਰ। ਸਭ ਤੋਂ ਪਹਿਲਾਂ ਜੋੜਦੇ ਹਾਂ ਮੇਰੇ ਸਹਿਯੋਗੀ ਮਰਗਿਨ ਨਾਚੀ ਨੂੰ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਤਰਨ ਮੇਰੇ ਵੱਲੋਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਤੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਜੀ ਅੱਜ ਅਸੀਂ ਖਬਰਾਂ ਕਾਫੀ ਨੇ ਜਿਨ੍ਹਾਂ ਉੱਤੇ ਵਿਚਾਰ ਚਰਚਾ ਕਰਾਂਗੇ, ਜਿਹਦੇ ਉੱਤੇ ਤੁਸੀਂ ਵੀ ਆਪਣੇ ਜਿਹੜੇ ਆ ਸਵਾਲ ਵੀ ਰੱਖ ਸਕਦੇ ਹੋ, ਆਪਣੀ ਰਾਏ ਵੀ ਰੱਖ ਸਕਦੇ ਹੋ। ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਸਾਡੇ ਨਾਲ ਕੁਝ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰਕੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਨ੍ਹਾਂ ਖਬਰਾਂ ਉੱਤੇ ਅੱਜ ਅਸੀਂ ਝਾਤ ਮਾਰਨ ਜਾ ਰਹੇ ਹਾਂ ਸਰ, ਮੈਂ ਚਾਹਾਂਗੀ ਕਿ ਪਹਿਲਾਂ ਖਬਰਾਂ ਅਸੀਂ ਥੋੜੀਆਂ ਬਹੁਤ ਜ਼ਰੂਰ ਸ਼ੇਅਰ ਕਰ ਦਈਏ। ਜ਼ਰੂਰ ਤਰਨ। ਬਿਲਕੁਲ ਜੀ, ਅੱਜ ਦੀਆਂ ਜਿਹੜੀਆਂ ਪ੍ਰਮੁੱਖ ਖਬਰਾਂ ਨੇ ਉਹਨਾਂ ਵਿੱਚ ਇਹ ਹੈ ਕਿ ਕੈਨੇਡਾ ਸਰਕਾਰ ਸਰਵ ਬੈਨੀਫਿਟਸ ਦਾ ਜਿਹੜਾ ਸਮਾਂ ਉਹ ਵਧਾ ਸਕਦੀ ਹੈ। ਇਹਦੇ ਬਾਰੇ ਵਿੱਚ ਸੰਕੇਤ ਦਿੱਤੇ ਜਾ ਰਹੇ ਨੇ। ਕੈਨੇਡਾ ਅਮਰੀਕਾ ਬਾਰਡਰ ਨੂੰ ਲੈ ਕੇ ਹੁਣ ਕੁਝ ਵਿਵਾਦ ਜਿਹੜਾ ਆ ਉਹ ਜੁੜਨਾ ਸ਼ੁਰੂ ਹੋ ਚੁੱਕਿਆ ਹੈ। ਕੀ ਹੈ ਇਹ ਵਿਵਾਦ, ਇਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਚੀਨ ਵਿੱਚ ਮੁੜ ਤੋਂ ਕੀ ਪੈਰ ਪਸਾਰਨ ਲੱਗਿਆ ਹੈ ਕਰੋਨਾ ਵਾਇਰਸ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਕਿਊਬੈਕ ਵੱਲੋਂ ਇੰਡੋਰ ਇਕੱਠ ਲਈ 50 ਜਾਂ ਇਸ ਤੋਂ ਬਾਅਦ ਲੋਕਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੈਕਸੀਕੋ ਤੋਂ ਕਰੋਨਾ ਵਾਇਰਸ ਆ ਰਿਹਾ ਹੈ, ਇਹ ਕਹਿਣਾ ਹੈ ਵਾਈਟ ਹਾਊਸ ਦਾ। ਨੇਪਾਲ ਨੇ ਇੱਕ ਨਕਸ਼ਾ ਜਾਰੀ ਕੀਤਾ ਹੈ ਜਿਸ ਉੱਤੇ ਹੁਣ ਭਾਰਤ ਨੂੰ ਇਤਰਾਜ਼ ਹੈ ਤੇ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਉੱਤੇ ਅਸੀਂ ਕਰਾਂਗੇ ਗੱਲਬਾਤ। ਸਰ, ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਰਵ ਬੈਨੀਫਿਟਸ ਦੀ। ਪਿਛਲੇ 4 ਮਹੀਨਿਆਂ ਤੋਂ ਸਰਕਾਰ ਹੈਲਪ ਕਰ ਰਹੀ ਹੈ ਫਾਈਨੈਂਸ਼ੀਅਲ ਵੇ ਦੇ ਨਾਲ, ਤਾਂ ਕਿ ਲੋਕ ਜਿਹੜੇ ਆਪਣਾ ਖਰਚਾ ਚਲਾ ਸਕਣ। ਸੋ ਜੁਲਾਈ ਦੇ ਵਿੱਚ ਇਹ 4 ਮਹੀਨੇ ਪੂਰੇ ਹੋਣ ਜਾ ਰਹੇ ਨੇ ਤੇ ਅਜਿਹੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ ਜਾਂ ਫਿਰ ਅਜੇ ਵੀ ਕਰੋਨਾ ਵਾਇਰਸ ਕਰਕੇ ਪ੍ਰਭਾਵਿਤ ਨੇ। ਸੋ ਸਰਕਾਰ ਹੁਣ ਸੋਚ ਰਹੀ ਹੈ ਸ਼ਾਇਦ ਇਸ ਨੂੰ ਵਧਾ ਦਿੱਤਾ ਜਾਵੇ। ਤੁਹਾਨੂੰ ਲੱਗਦਾ ਹੈ ਕਿ ਇਹ ਫੈਸਲਾ ਲੈਣਾ ਇੰਨਾ ਸੌਖਾ ਹੋਏਗਾ? ਤਾਂ ਗੱਲ ਇਸ ਤਰ੍ਹਾਂ ਕਿ ਇਹ ਜਿਹੜੀ ਚੌਥੀ ਕਿਸ਼ਤ ਹੈ ਬਹੁਤਿਆਂ ਦੇ ਆ ਗਈ ਹੈ, ਆ ਜਾਵੇਗੀ। ਇਸ ਤੋਂ ਬਾਅਦ 16 ਹਫ਼ਤੇ ਬਾਅਦ ਦਾ ਪ੍ਰੋਗਰਾਮ ਸੀਗਾ, ਪਰ ਸਰਕਾਰ ਨੇ ਆ ਜਿਹੜਾ ਸੰਕੇਤ ਦਿੱਤਾ ਹੈ ਉਹਦੇ ਮੁਤਾਬਕ ਲੱਗਦਾ ਕਿ ਇਹ ਵਧਾਏਗੀ। ਔਰ ਰੀਜ਼ਨ ਆਪਾਂ ਇਹ ਵੀ ਕਰ ਰਹੇ ਹਾਂ ਕਿ ਪਹਿਲਾਂ ਆਪਾਂ ਐਸਟੀਮੇਟ ਜਿਵੇਂ ਲਾਉਂਦੇ ਹੁੰਦੇ ਸੀ ਕਿ ਬਿਜ਼ਨਸ ਨੂੰ ਜਿਵੇਂ ਉਹਨਾਂ ਨੇ ਅਗਸਤ ਤੱਕ ਦਾ ਐਕਸਟੈਂਸ਼ਨ ਦਿੱਤੀ ਹੋਈ ਹੈ, ਤਾਂ ਲੱਗਦਾ ਸੀਗਾ ਕਿ ਜਿਹੜੀ ਪਰਸਨਲ ਐਕਸਟੈਂਸ਼ਨ ਹੈ ਇਹ ਵੀ ਮਿਲ ਜਾਏਗੀ। ਤੇ ਉਹ ਹੁਣ ਇਸ ਹਫ਼ਤੇ ਦੇ ਅਖੀਰ ਤੱਕ ਪ੍ਰਾਈਮ ਮਿਨਿਸਟਰ ਉਹਨਾਂ ਨੇ ਇਹ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਕੁਛ ਨਾ ਕੁਛ ਨਵਾਂ ਇਹਦੇ ਬਾਰੇ ਦੱਸਾਂਗੇ। ਵੈਸੇ 1.2 ਮਿਲੀਅਨ ਲੋਕ ਆਲਰੇਡੀ ਵਾਪਸ ਕੰਮਾਂ ਤੇ ਚਲੇ ਗਏ ਨੇ। ਇੰਨੇ ਲੋਕ ਹੁਣ ਜਿਹੜਾ ਸਰਵ ਨਹੀਂ ਲੈ ਰਹੇ ਹੈਗੇ ਆ, ਪਰ ਹਜੇ ਵੀ ਬਹੁਤ ਲੋਕ ਨੇ ਜਿਨ੍ਹਾਂ ਨੇ ਸਰਵ ਦੀ ਲੋੜ ਹੈਗੀ। ਔਰ ਤਕਰੀਬਨ ਬਹੁਤ ਇਟਸ ਕਾਸਟਿੰਗ ਇਨ ਬਿਲੀਅਨਸ ਆਫ ਡਾਲਰਸ, ਜਿਹਦੇ ਵਿੱਚ ਕਿ ਸਰਕਾਰ ਨਹੀਂ ਦੇਣਾ, ਅਸੀਂ ਵੀ ਮੁੜ ਕੇ ਸਰਕਾਰ ਨੂੰ ਦੇਣਾ। ਇਹ ਹੁਣ ਸਰਕਾਰ ਨੇ ਫੈਸਲਾ ਕਰਨਾ ਕਿ ਸਾਨੂੰ ਹੋਰ ਕਿੰਨਾ ਕੁ ਦੇਣਾ, ਸਾਡੇ ਕੈਨੇਡੀਅਨਸ ਨੂੰ ਕਿੰਨੀ ਜ਼ਰੂਰਤ ਹੈਗੀ ਹੈ। ਪਰ ਮੇਰਾ ਖਿਆਲ ਹੈ ਜੇ ਅਜੇ ਤੱਕ ਕੰਮ ਨਹੀਂ ਚੱਲਦੇ, ਕਾਰੋਬਾਰ ਨਹੀਂ ਚੱਲਦੇ, ਜਿਹੜੇ ਕੈਨੇਡੀਅਨਸ ਘਰੇ ਬੈਠੇ ਆ ਉਹਨਾਂ ਨੂੰ ਇਹਦੀ ਬਹੁਤ ਜ਼ਰੂਰਤ ਹੈ ਜੀ। ਜੀ ਬਿਲਕੁਲ ਸਰ, ਬਿੱਲ ਦੀ ਗੱਲ ਕਰੀਏ ਕਿਉਂਕਿ ਆਲਰੇਡੀ ਕੰਜ਼ਰਵੇਟਿਵਸ ਨੇ ਤਾਂ ਕਹਿ ਦਿੱਤਾ ਹੈ ਕਿ ਜਦ ਤੱਕ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਨਹੀਂ ਹੁੰਦਾ ਅਸੀਂ ਕਿਸੇ ਵੀ ਚੀਜ਼ ਨੂੰ ਸਪੋਰਟ ਨਹੀਂ ਕਰਾਂਗੇ। ਬਲਾਕ ਕਿਊਬੈਕ ਪਾਰਟੀ ਦੀ ਗੱਲ ਕਰੀਏ, ਉਹਨੇ ਪਹਿਲਾਂ ਕਹਿ ਦਿੱਤਾ ਹੈ ਕਿ ਸਰਕਾਰ ਦੀਆਂ ਕੁਝ ਕੰਮਾਂ ਤੋਂ ਲੈ ਕੇ ਉਹਨਾਂ ਰਾਸ ਚੱਲ ਰਹੀ ਆ। ਕੀ ਹੁਣ ਐਨਡੀਪੀ ਉਹਨਾਂ ਦੀ ਇਸ ਗੱਲ ਦੇ ਉੱਤੇ ਸਪੋਰਟ ਕਰੇਗੀ ਜੇ ਵਾਧਾ, ਕਿਉਂਕਿ ਐਨਡੀਪੀ ਆਲਰੇਡੀ ਹੀ ਉਹਨਾਂ ਨੂੰ ਪਿਛਲੇ ਬਿੱਲ ਦੇ ਉੱਤੇ ਜਿਹੜਾ ਸਾਫ਼ ਜਵਾਬ ਦੇ ਚੁੱਕੀ ਆ? ਦੇਖੋ, ਜਿਹੜਾ CERB ਹੈ ਨਾ, ਇਹਦੇ ਉੱਤੇ ਛੇਤੀ ਕਿਤੇ ਕਿਸੇ ਨੇ ਅੜਿੱਕਾ ਨਹੀਂ ਲਾਉਣਾ। ਰੀਜ਼ਨ ਬੀਇੰਗ ਇਜ਼ ਜੇ CERB ਤੇ ਅੜਿੱਕਾ ਡਾ ਦਿੱਤਾ ਗਿਆ ਤਾਂ ਅੱਗੇ ਵੋਟਾਂ ਆਉਣਗੀਆਂ, ਇਹ ਗੱਲ ਮੁੜ ਕੇ ਆਏਗੀ ਕਿ ਜਿਹੜੀ ਵੀ ਪਾਰਟੀ ਨੇ ਰੋਕਿਆ ਇਸ ਗੱਲ ਨੂੰ, ਉਸ ਪਾਰਟੀ ਦੇ ਉੱਤੇ ਇੱਕ ਤਰ੍ਹਾਂ ਦਾ ਧੱਬਾ ਲੱਗ ਜਾਏਗਾ। ਸੋ ਮੈਨੂੰ ਲੱਗਦਾ ਵੀ ਜਦੋਂ ਇਸ ਬਾਰੇ ਬਿੱਲ ਪੇਸ਼ ਕੀਤਾ ਜਾਵੇਗਾ, ਇਹ ਬਿੱਲ ਪਾਸ ਹੋ ਜਾਣਾ ਚਾਹੀਦਾ। ਤੇ ਇਹ ਤੋਂ ਪਹਿਲਾਂ ਬਿੱਲ ਵੀ ਜਿਹੜਾ ਫਸ ਗਿਆ ਸੀਗਾ, ਜਿਹਦੇ ਉੱਤੇ ਇਹ ਸੀਗਾ ਕਿ ਜੇਲ੍ਹ ਟਾਈਮ ਹੋਣਾ ਚਾਹੀਦਾ CERB ਦੇ ਉੱਤੇ ਜਿਹੜਾ ਹੇਰਾਫੇਰੀ ਕਰ ਰਿਹਾ, ਉਹ ਇਸ ਕਰਕੇ ਜਿਹੜਾ ਸੀਗਾ ਵੀ ਜੇਲ੍ਹ ਟਾਈਮ ਦਾ ਰੌਲਾ। ਵੈਸੇ ਸਜ਼ਾ ਵਾਸਤੇ ਮੇਰੇ ਖਿਆਲ ਸਾਰੀਆਂ ਪਾਰਟੀਆਂ ਸਹਿਮਤ ਹੈਗੀਆਂ ਨੇ। ਦੁਬਾਰਾ ਜੋ ਸੈਸ਼ਨ ਬੈਠੇਗਾ ਤਾਂ ਮੈਨੂੰ ਲੱਗਦਾ ਉਹ ਵੀ ਪਾਸ ਹੋ ਜਾਣਾ ਚਾਹੀਦਾ ਤੇ CERB ਵੀ ਚਾਂਸ ਹੈ ਕਿ ਪਾਸ ਹੋ। ਸ਼ਾਇਦ ਲੋਕਾਂ ਨੂੰ ਵੀ ਥੋੜੀ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਬਹੁਤ ਜ਼ਿਆਦਾ ਹਜੇ ਵੀ ਲੋਕ ਅਜਿਹੇ ਨੇ ਜਿਨ੍ਹਾਂ ਦਾ ਕਰੋਨਾ ਵਾਇਰਸ ਕਰਕੇ ਕੰਮ ਪ੍ਰਭਾਵਿਤ ਹੋਇਆ ਹੋਇਆ। ਬਿਲਕੁਲ ਤਰ੍ਹਾਂ ਜਿਹੜਾ $2000 ਹੈ ਜੇ ਸੋਚਿਆ ਜਾਵੇ, ਖਾਸ ਕਰਕੇ ਜੇ ਆਪਾਂ GTA ਦੇ ਵਿੱਚ ਹਿਸਾਬ ਕਿਤਾਬ ਲਾਈਏ, GTA ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲ ਹੈ। GTA 'ਚ ਖਰਚੇ ਬਹੁਤ ਜ਼ਿਆਦਾ ਨੇ, ਰੈਂਟ ਬਹੁਤ ਜ਼ਿਆਦਾ ਹੈ, ਗਰੋਸਰੀਜ਼ ਬਹੁਤ ਮਹਿੰਗੀਆਂ ਨੇ, ਜਿਹੜੇ ਬਿੱਲ ਬੱਤੀਆਂ ਨੇ ਉਹ ਬੜੇ ਮਹਿੰਗੇ ਨੇ। ਜਿਹੜੇ ਲੋਕ GTA ਤੋਂ ਬਾਹਰ ਰਹਿੰਦੇ ਹੈਗੇ ਆ ਉਹਨਾਂ ਦਾ, ਮੈਂ ਉਹ ਨਹੀਂ ਕਹਿੰਦਾ ਉਹਨਾਂ ਦਾ ਗੁਜ਼ਾਰਾ ਬੜਾ ਵਧੀਆ ਹੋ ਰਿਹਾ, ਉਹਨਾਂ ਦਾ ਸੌਖਾ ਹੈ ਥੋੜਾ ਜਿਹਾ। GTA ਵਾਲਿਆਂ ਨਾਲ ਤਾਂ ਬਹੁਤਾ ਹੀ ਔਖਾ, ਜੇ ਕਿਤੇ ਇਹ ਵੀ ਬੰਦ ਹੋ ਗਿਆ ਤਾਂ ਬਹੁਤ ਮੁਸ਼ਕਿਲ ਹੋ ਜਾਏਗਾ ਬਹੁਤ ਸਾਰੇ ਲੋਕਾਂ ਨੂੰ ਆਪਣਾ ਗੁਜ਼ਾਰਾ ਕਰਨਾ। ਬਿਲਕੁਲ ਜੀ, ਹਾਲਾਂਕਿ ਮਿਸਟਰ ਟਰੂਡੋ ਨੇ ਇਹ ਵੀ ਜ਼ਰੂਰ ਆਖਿਆ ਵਾ ਕਿ ਕੰਪਨੀਆਂ ਨੂੰ ਆਖਿਆ, ਐਮਪਲੋਇਰਸ ਨੂੰ ਆਖਿਆ ਹੈ ਕਿ ਵੇਜ ਸਬਸਿਡੀ ਬਿੱਲ ਜਿਹੜਾ ਕਿ ਸਰਕਾਰ ਲੈ ਕੇ ਆਈ ਹੈ ਉਹਦਾ ਉਪਯੋਗ ਕੀਤਾ ਜਾਵੇ ਤੇ ਵੱਧ ਤੋਂ ਵੱਧ ਕਾਮਿਆਂ ਨੂੰ ਜਿਹੜਾ ਕੰਮਾਂ ਕਾਰਾਂ ਦੇ ਉੱਤੇ ਵਾਪਸ ਬੁਲਾਇਆ ਜਾਵੇ। ਮੈਂ ਕਿਹਾ ਇਹੀ ਰੀਜ਼ਨ ਹੈ ਜਿਹੜੇ 1.2 ਮਿਲੀਅਨ ਲੋਕ ਵਾਪਸ ਕੰਮਾਂ ਤੇ ਚਲੇ ਗਏ, ਉਹਦੇ ਵੇਜ ਸਬਸਿਡੀ ਦਾ ਅਸਰ ਹੋਈ ਹੈ। ਤਾਂ ਉਹਦੇ ਕਰਕੇ ਜਿਹੜੇ ਲੋਕ ਹੈ ਹੁਣ ਵਾਪਸ ਕੰਮਾਂ ਤੇ। ਵੈਸੇ ਹੁਣ ਹਫ਼ਤੇ ਵੀ 4 ਹੋ ਗਏ ਨੇ, 16 ਹਫ਼ਤੇ ਹੋ ਚੁੱਕੇ ਨੇ ਇਸ ਕੰਮ 'ਚ ਲੋਕਾਂ ਨੂੰ ਬੈਠਿਆਂ ਨੂੰ। ਇੰਨੀ ਦੇਰ ਤੱਕ ਬਹਿਣਾ ਨਾਟ ਈਜ਼ੀ। ਬਹੁਤੇ ਲੋਕ ਇੰਨਾ ਦੇਰ ਤੱਕ ਆਰਾਮ ਘਰੇ ਬੈਠਣਾ ਵੀ ਮੁਸ਼ਕਿਲ ਹੋ ਜਾਂਦਾ। ਹੁਣ ਹਰ ਕੋਈ ਚਾਹੁੰਦਾ
ਹਰ ਕੋਈ ਨਹੀਂ, ਬਹੁਤੇ ਲੋਕ ਇਹ ਚਾਹੁੰਦੇ ਆ ਕਿ ਮੁੜ ਕੇ ਕੰਮਾਂ ਤੇ ਜਾਇਆ ਜਾਵੇ ਤੇ ਆਪਣੇ ਧੰਦੇ ਲੱਗਿਆ ਜਾਵੇ। ਪ੍ਰੋਵਿੰਸਸ ਹੌਲੀ-ਹੌਲੀ ਖੁੱਲ ਰਹੀਆਂ ਨੇ, ਕੈਨੇਡਾ ਦੇ ਵਿੱਚ ਕੇਸਿਸ ਵੀ ਘਟ ਰਹੇ ਨੇ, ਤੇ ਐਲਬਰਟਾ ਦੀ ਗੱਲ ਕਰੀਏ, ਐਲਬਰਟਾ ਵਿੱਚ 4 ਦਿਨਾਂ ਲਈ ਕੁਝ ਸੇਵਾਵਾਂ ਬੰਦ ਹੋ ਰਹੀਆਂ ਨੇ। ਉਹ ਕਿਹੜੀਆਂ ਸੇਵਾਵਾਂ ਨੇ? ਤਾਂ ਜਿਹੜੀਆਂ ਵੀ ਟਰਾਂਸਪੋਰਟੇਸ਼ਨ ਨਾਲ ਸੰਬੰਧਿਤ ਨੇ ਉਹ ਸੇਵਾਵਾਂ ਬੰਦ ਹੋ ਰਹੀਆਂ ਨੇ। ਰੀਜ਼ਨ ਉਹਦਾ ਇਹ ਹੈ ਕਿ ਸਾਰਾ ਸਿਸਟਮ ਡਾਊਨ ਕਰ ਰਹੇ ਨੇ। ਸਿਸਟਮ ਡਾਊਨ ਕਰਨ ਵਾਸਤੇ ਉਹਨੂੰ ਤਕਰੀਬਨ 4 ਦਿਨ ਚਾਹੀਦੇ ਦੁਬਾਰੇ ਬੈਕਅਪ ਕਰਨ ਵਾਸਤੇ। ਜਿਹਨੇ ਵੀ ਲਾਇਸੈਂਸ ਰਿਨਿਊ ਕਰਾਉਣੇ ਆ, ਆਹ ਪਲੇਟ ਸਟਿੱਕਰਸ ਰਿਨਿਊ ਕਰਾਉਣੇ ਆ, ਜਿਹੜੇ ਕੋਈ ਟੈਸਟ ਵਗੈਰਾ ਦੇਣੇ ਆ, ਉਹ ਸਾਰੇ 4 ਦਿਨਾਂ ਵਾਸਤੇ ਨਹੀਂ ਹੋਣਗੇ। ਔਰ ਨਾਲ ਹੀ ਸਰਕਾਰ ਨੇ ਇਹ ਗੱਲ ਕੀ ਹੈ ਕਿ ਜਿਹਨੇ ਰਿਨਿਊ ਕਰਾਉਣੇ ਪਹਿਲਾਂ ਕਰਵਾ ਲਓ। ਇਟ ਮੀਨਸ ਜੇ ਉਹਨਾਂ ਦਿਨਾਂ ਦੇ ਵਿੱਚ ਤੁਹਾਡੀ ਰਿਨਿਊ ਨਹੀਂ ਹੋਈ ਤੇ ਤੁਹਾਨੂੰ ਪਹਿਲਾਂ ਕਰਵਾ ਲੈਣਾ ਚਾਹੀਦਾ। ਇਨ ਕੇਸ ਤੁਹਾਨੂੰ ਕਿਤੇ ਰੋਕ ਲਿਆ ਜਾਂਦਾ ਤਾਂ ਹੋ ਸਕਦਾ ਤੁਹਾਨੂੰ ਇਸ ਗੱਲ ਦਾ ਟਿਕਟ ਮਿਲੇ। ਸਰਕਾਰ ਨੇ ਵਾਰਨਿੰਗ ਇਸ ਕਰਕੇ ਦਿੱਤੀ ਵੀ ਜਿਹਨੇ ਕਰਵਾਉਣਾ ਉਹ ਪਹਿਲਾਂ ਕਰਵਾ ਲੈਣਾ ਚਾਹੀਦਾ। ਔਰ ਇਸੇ ਕਰਕੇ ਸਿਸਟਮ ਤੁਸੀਂ ਇਮੇਜਿਨ ਕਰੋ, ਹਾਲਾਂਕਿ ਪ੍ਰੋਬਲਮ ਦੀ ਆਬਾਦੀ ਬੜੀ ਘੱਟ ਹੈ ਉਹਦੀ, ਪਰ ਫਿਰ ਵੀ ਜੇ ਸਾਰਾ ਸਿਸਟਮ ਇਹ ਦੁਬਾਰੇ ਰੀਲੋਡ ਕਰਨਾ, ਡਾਊਨ ਕਰਕੇ ਬਿਲਕੁਲ ਸ਼ਟ ਆਫ ਕਰਨਾ ਪੈ ਰਿਹਾ। ਦੁਬਾਰਾ ਰੀਲੋਡ ਕਰਨ ਤੋਂ ਵੀ ਉਹਨਾਂ ਨੂੰ 4 ਦਿਨ ਲੱਗ ਜਾਣੇ ਨੇ। ਆਈ ਗੈਸ ਇਟਸ ਬਿਗ ਸਿਸਟਮ, ਹਿਊਜ ਸਿਸਟਮ, ਜਿਹਦੇ ਵਿੱਚ ਕੀ ਇੰਨਾ ਕੁਝ ਕਰਨਾ ਪੈ ਰਿਹਾ ਹੋਇਆ। ਬਿਲਕੁਲ ਸਰ। ਤੇ ਕਿਊਬਿਕ ਦੀ ਗੱਲ ਕਰੀਏ, ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਹੁਣ 50 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਤੇ ਇਹ ਵੀ ਇੱਕ ਵਧੀਆ ਕਦਮ ਹੈਗਾ। ਹੌਲੀ-ਹੌਲੀ ਲੋਕੀ ਬੈਕ ਟੂ ਨਾਰਮਲ ਲਾਈਫ ਆ ਰਹੇ ਨੇ। ਬਿਲਕੁਲ ਤਰਨ 50 ਦਾ ਇਕੱਠ ਕਰ ਦਿੱਤਾ ਗਿਆ। ਪਹਿਲਾਂ ਸਕੂਲ ਤੋਂ ਉਹਨਾਂ ਨੇ ਓਪਨ ਕੀਤੇ ਸੀ, ਸਟੇਜ ਬਾਈ ਸਟੇਜ ਹੋ ਰਿਹਾ ਹੈਗਾ। ਔਰ ਇਹ ਹਰ ਸਰਕਾਰ ਦਾ ਇਹ ਜ਼ੋਰ ਲੱਗਿਆ ਹੈ ਕਿ ਛੇਤੀ ਤੋਂ ਛੇਤੀ ਸਾਰੇ ਕੰਮ ਨਾਰਮਲ ਹੋਣ, ਕਿਉਂਕਿ ਜੇ ਨਾਰਮਲ ਨਹੀਂ ਹੁੰਦੇ ਤਾਂ ਸਰਕਾਰਾਂ ਕੋਲ ਟੈਕਸ ਨਹੀਂ ਹੁੰਦਾ। ਉਹੀ ਟੈਕਸ ਕੋਈ ਜਿਹੜਾ ਆਮ ਜਿਹੜੇ ਸਿਟੀਜ਼ਨਸ ਆ ਉਹਨਾਂ ਦੇ ਉੱਤੇ ਖਰਚਣਾ ਹੁੰਦਾ, ਸਿਟੀਜ਼ ਦੇ ਉੱਤੇ ਖਰਚਣਾ ਹੁੰਦਾ। ਹਰ ਸਰਕਾਰ ਕਹਿ ਰਹੀ ਉਹਨਾਂ ਦੀ ਇਨਕਮ ਇਸ ਵੇਲੇ ਬੰਦ ਹੈ। ਉਹਨਾਂ ਨੂੰ ਜਿਵੇਂ ਜਿਵੇਂ ਕੰਮ ਚੱਲਣਗੇ ਤਿਵੇਂ ਤਿਵੇਂ ਉਹਨਾਂ ਨੂੰ ਟੈਕਸ ਆਏਗਾ। ਇਹਦੇ ਨਾਲ ਇੱਕ ਗੱਲ ਮੈਂ ਹੋਰ ਥੋੜੀ ਜਿਹੀ ਜੋੜਨੀ ਚਾਹਾਂਗਾ, ਜਿਹੜੇ ਸਾਡੇ ਉੱਥੇ ਦੇ ਪ੍ਰੀਮੀਅਰ ਨੇ ਲੀਗਲ ਸਾਹਿਬ, ਉਹਨਾਂ ਨੇ ਸਿਸਟਮੈਟਿਕ ਜਿਹੜੀ ਹੈਗੀ ਹੈ ਰੇਸਿਜ਼ਮ ਉਸ ਤੋਂ ਮੁਨਕਰ ਹੋਏ ਨੇ। ਉਹ ਕਹਿੰਦੇ ਹੈਗਾ ਤਾਂ ਹੈ ਸਿਸਟਮੈਟਿਕ, ਉਹ ਹੁੰਦਾ ਵੀ ਮੱਥ ਕੇ ਕੀਤਾ ਜਾਵੇ। ਕਈ ਗੱਲ ਤਾਂ ਹੁੰਦੀਆਂ ਐਵੇਂ ਹੋ ਜਾਂਦੀਆਂ, ਪਰ ਜਿਹੜੀ ਮੱਥ ਕੇ ਕੀਤੀ ਜਾਂਦੀ ਹੈ ਉਸ ਗੱਲ ਤੋਂ ਉਹਨਾਂ ਨੇ ਹੁਣ ਫੇਰ ਮੁਨਕਰ ਹੋਏ ਨੇ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਕਿਉਂ ਇਹ ਇਸ ਗੱਲ ਤੋਂ ਮੁਨਕਰ ਹੋ ਰਹੇ। ਹਾਲਾਂਕਿ ਇੰਨੇ ਵੱਡੇ ਪ੍ਰਦਰਸ਼ਨ ਹੋਏ ਨੇ ਮੌਂਟਰੀਅਲ ਦੇ ਵਿੱਚ, ਇਵਨ ਕੁਬੈਕ ਸਿਟੀ ਦੇ ਵਿੱਚ, ਥਰੂ ਆਊਟ ਕੁਬੈਕ ਇਹ ਜਿਹੇ ਪ੍ਰਦਰਸ਼ਨ ਹੋਏ ਨੇ, ਤੇ ਉੱਥੋਂ ਦੇ ਜਿਹੜੇ ਪ੍ਰੀਮੀਅਰ ਸਾਹਿਬ ਨੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਜੀ ਬਿਲਕੁਲ ਸਰ, ਤੁਸੀਂ ਗੱਲ ਕਰ ਰਹੇ ਹੋ ਕਿ ਮੰਨਣ ਨੂੰ ਤਿਆਰ ਨਹੀਂ ਹੈ। ਉੱਥੇ ਹੀ ਓਨਟਾਰੀਓ ਦੀ ਗੱਲ ਕਰੀਏ, ਹਾਲਾਂਕਿ ਓਨਟਾਰੀਓ ਵੱਡੀ ਗਿਣਤੀ ਵਿੱਚ ਕਾਫੀ ਏਰੀਆਜ਼ ਖੁੱਲ ਚੁੱਕੇ ਨੇ, ਪਰ ਹਜੇ ਵੀ ਆਪਣੇ ਜਿਹੜੇ ਪ੍ਰਮੁੱਖ ਏਰੀਆਜ਼ ਨੇ, ਜਿਵੇਂ ਗੱਲ ਕਰ ਲਈਏ ਟੋਰਾਂਟੋ ਵਗੈਰਾ, ਪੀਲ ਰੀਜਨ ਹੋ ਗਿਆ, ਇਹ ਹਜੇ ਵੀ ਸੈਕੰਡ ਫੇਸ ਵਿੱਚ ਖੋਲਣ ਦੀ ਮਨਾਹੀ ਕਰ ਦਿੱਤੀ ਗਈ ਹੈ। ਮੁੜ ਤੋਂ ਮਿਸਟਰ ਫੋਰਡ ਬਣਿਓ ਤਰਨ ਦੇਖੋ, ਪੀਲ ਰਹਿ ਗਿਆ, GTA ਰਹਿ ਗਿਆ, ਜਿਹੜਾ ਨਾਇਗਰਾ ਦਾ ਏਰੀਆ ਹੈਗਾ, ਉਹ ਸਾਰੇ ਇੱਥੇ ਅਜੇ ਤੱਕ ਕੁਝ ਵੀ ਅਲਾਉਡ ਨਹੀਂ ਹੈ। ਇਹ ਤੋਂ ਬਿਨਾਂ ਬਾਕੀ ਸਾਰਾ ਅੰਟਾਰੀਓ ਖੁੱਲ੍ਹਾ ਦਾ। ਅੱਛਾ, ਇੱਕ ਹੋਰ ਨਵੇਂ ਕੇਸਿਸ ਆਏ ਨੇ, ਤਕਰੀਬਨ ਹਾਫ ਐਨ ਆਵਰ ਪਹਿਲਾਂ ਆਪਣੇ ਤੋਂ ਡਿਸਕਸ ਨਹੀਂ ਕਰ ਰਹੇ ਖਬਰ। ਨਵੇਂ ਜਿਹੜੇ ਸੀਨੀਅਰਸ ਹੋਮਸ ਹੈਗੇ ਆ ਉਹਨਾਂ ਦੇ ਵਿੱਚ ਤਕਰੀਬਨ 16 ਦੇ ਵਿੱਚ ਨਵੇਂ ਕੇਸਿਸ ਆਏ ਨੇ, ਹੁਣੇ ਰਿਪੀਟ ਹੋਣ ਲੱਗੇ ਨੇ, ਜਿਹੜਾ ਹਾਲਾਂਕਿ ਖੋਲ੍ਹਣ ਦੀ ਤਿਆਰੀ ਕਰ ਰਹੇ ਨੇ। ਸੀਨੀਅਰਸ ਹੋਮ ਦੇ ਵਿੱਚ ਫੇਰ ਪ੍ਰੋਬਲਮ ਆਉਣ ਲੱਗੀ ਹੈ। ਤਕਰੀਬਨ 7 ਜਾਂ 8 ਮੌਤਾਂ ਅੱਜ ਸੀਨੀਅਰ ਹੋਮਸ ਦੇ ਵਿੱਚ ਦੁਬਾਰੇ ਫੇਰ ਹੋ ਗਈਆਂ ਨੇ। ਇਹਦੇ ਬਾਰੇ ਸਰਕਾਰ ਦੁਬਾਰਾ ਫੇਰ ਸੋਚ ਰਹੀ ਹੈ ਕਿ ਹੁਣ ਇੱਕ ਸਿਰਦਰਦੀ ਹੈ, ਉਧਰੋਂ ਤਾਂ ਖੋਲ੍ਹਣ ਨੂੰ ਫਿਰਦੇ ਆ, ਤੇ ਉਧਰੋਂ ਜਦੋਂ ਅਜਿਹੇ ਸੁਨੇਹੇ ਆਉਣ ਲੱਗ ਜਾਂਦੇ ਨੇ, ਅਜਿਹੀਆਂ ਗੱਲਾਂ ਵਾਪਰਨ ਲੱਗ ਜਾਂਦੀਆਂ ਨੇ, ਸਰਕਾਰਾਂ ਨੂੰ ਬੜੀ ਮੁਸ਼ਕਲ ਹੋ ਜਾਂਦੀ ਹੈ ਵੀ ਫੈਸਲਾ ਕਿਹੜੇ ਪਾਸੇ ਨੂੰ ਕੀਤਾ ਜਾਵੇ। ਬਿਲਕੁਲ ਜੀ ਸਰ। ਕੈਨੇਡਾ ਅਮਰੀਕਾ ਬਾਰਡਰ, ਬਹੁਤ ਸਾਰੇ ਲੋਕੀ ਸਾਨੂੰ ਕਾਲਸ ਕਰਕੇ ਵੀ ਪੁੱਛਦੇ ਨੇ ਕਦੋਂ ਓਪਨ ਹੋਣ ਜਾ ਰਿਹਾ, ਕਦੋਂ ਓਪਨ ਹੋਣ ਜਾ ਰਿਹਾ। ਤੁਸੀਂ ਵੀ ਲਾਸਟ ਟਾਈਮ ਦੱਸਿਆ ਸੀ ਕਿ ਤੁਸੀਂ ਜਹਾਜ਼ ਤੇ ਰਾਹੀਂ ਜਾ ਸਕਦੇ ਹੋ US, ਤੁਹਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਹੁਣ ਵਿਵਾਦ ਇਹ ਖੜਾ ਹੋ ਰਿਹਾ ਵੀ ਜੇ ਤੁਸੀਂ ਜਹਾਜ਼ ਰਾਹੀਂ ਜਾ ਸਕਦੇ ਹੋ ਤਾਂ ਫਿਰ ਬਾਈ ਰੋਡ ਜਾਣ ਦਾ ਕੀ ਪ੍ਰੋਬਲਮ ਹੋ ਰਹੀ ਹੈ? ਉਹਦੀ ਦਲੀਲ ਵੀ ਹੈ ਤਰਨ, ਦਲੀਲ ਦੀ ਗਈ ਜਦੋਂ ਤੁਸੀਂ ਪਲੇਨ ਨਾਲ ਜਾ ਰਹੇ ਹੋ ਤਾਂ ਉਹ ਚ ਘੱਟੋ ਘੱਟ 50 ਬੰਦੇ ਨਾਲ ਤੁਸੀਂ ਸ਼ੇਅਰ ਕਰ ਹੀ ਰਹੇ ਹੋ। ਜੇ ਸੀਟ ਇੱਕ ਖਾਲੀ ਵੀ ਰੱਖੀ ਹੋਈ ਹੈ ਤਾਂ ਵੀ ਸਮ ਅਰਾਊਂਡ 50% ਆਰ ਸਿਟਿੰਗ ਇਨ ਦਾ ਪਲੇਨ, ਤੇ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਰਹੇ ਹੋ। ਤੇ ਜੇ ਜਿਹੜੀ ਕਾਰ 'ਚ ਆ ਰਹੇ ਹੋ ਤੁਸੀਂ ਆਪਦੇ ਪਰਿਵਾਰ ਨਾਲ ਬੈਠੇ ਹੋ, ਇੱਕ ਜਾਂ 2 ਮੈਂਬਰ ਆ ਜਾਂ 3 ਜਾਂ 4, ਇਹਦੇ ਬਾਅਦ ਮੈਂਬਰ ਨਹੀਂ ਹੋ ਸਕਦੇ, ਤੁਸੀਂ ਉਹਨਾਂ ਨਾਲ ਅਲਾਉਡ ਨਹੀਂ ਹੈ। ਔਰ ਉੱਥੇ ਬਾਰਡਰ ਤੇ ਏਜੰਟਸ ਜਿਹੜੇ US ਵਾਲੇ ਉੱਥੋਂ ਰੋਕ ਦਿੰਦੇ ਨੇ। ਪਲੇਨ ਤੇ ਜਾਂਦੇ ਹੋ ਤੁਸੀਂ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ। ਇਹ ਬੜੀ ਵੈਸੇ ਹੈ ਤਾਂ ਬੜੀ ਹੈਰਾਨੀ ਦੀ ਗੱਲ ਕਿ ਡਬਲ ਸਟੈਂਡਰਡ ਕਾਈਂਡ ਆਫ ਥਿੰਗ ਹੋ ਗਿਆ। ਹੁਣ ਇਸ ਗੱਲ ਤੇ ਇਤਰਾਜ਼ ਹੋਣ ਲੱਗ ਪਿਆ। ਤੇ ਇੱਕ ਗੱਲ ਹੋਰ, ਤੇ ਜਿਹੜੇ ਲੋਕ US 'ਚੋਂ ਆਪਣੇ ਨਹੀਂ ਆਉਂਦੇ ਨੇ ਉਹਨਾਂ ਦਾ ਕੁਆਰੰਟਾਈਨ ਹੋਣਾ ਪੈਂਦਾ 14 ਦਿਨਾਂ ਵਾਸਤੇ। ਉਧਰ
ਕੋਈ ਏਡੀ ਪਤਾ ਨਹੀਂ ਕੋਈ ਹਿਸਾਬ ਰੱਖਦੇ ਜਾਂ ਨਹੀਂ ਰੱਖਦੇ, ਉਧਰਲੇ ਪਾਸੇ ਜਾਂਦਾ ਤਾਂ ਉਹ ਬੜਾ ਫਰਕ ਹੈ। ਇਸ ਗੱਲ ਦਾ ਵੀ ਰੌਲਾ ਪੈਣ ਲੱਗਿਆ। ਹੁਣ ਦੇਖੋ ਸਰਕਾਰ ਇਹ ਕਿਹੜੇ ਮਾਮਲੇ ਤੇ ਕਿਵੇਂ ਸੁਲਝਾਉਂਦੀ ਹੈ ਇਸ ਗੱਲ ਨੂੰ ਕਿ ਜਾਂ ਤਾਂ ਪਲੇਨ ਤੇ ਜਹਾਜ਼ ਬੰਦ ਹੋ ਜਾਏਗਾ ਤੇ ਜਾਂ ਦੂਜਾ ਬਾਰਡਰ ਖੁੱਲ ਜਾਏਗਾ। ਬਿਲਕੁਲ, ਕਿਉਂਕਿ ਜਿਵੇਂ ਅਸੀਂ ਵੀ ਕਹਿ ਰਹੇ ਸੀ, ਆਪਾਂ ਵੀ ਗੱਲਾਂ ਬਾਤਾਂ ਹਮੇਸ਼ਾ ਡਿਸਕਸ ਕਰਦੇ ਹੁੰਦੇ ਆ ਕਿ ਜੇਕਰ ਹੁਣ US ਅਮਰੀਕਾ ਬਾਰਡਰ ਖੁੱਲ ਗਿਆ ਤਾਂ ਫਿਰ ਕਰੋਨਾ ਵਾਇਰਸ ਦੇ ਕੇਸਿਸ ਇੱਥੇ ਵੀ ਵੱਧ ਸਕਦੇ ਨੇ, ਕਿਉਂਕਿ US ਦੇ ਵਿੱਚ ਇਸ ਵਕਤ ਵੱਡੀ ਗਿਣਤੀ ਵਿੱਚ ਹਜੇ ਵੀ ਲੋਕ ਸ਼ਿਕਾਰ ਹੋ ਰਹੇ ਨੇ। ਸੋ ਹੁਣ ਜੇ ਤੁਸੀਂ ਕਹਿ ਰਹੇ ਹੋ ਕਿ ਬਾਰਡਰ ਖੁੱਲ ਗਿਆ, ਇਹਦੇ ਨਾਲ ਫਿਰ ਲੋਕਾਂ ਦੇ ਮਨਾਂ ਵਿੱਚ ਕਿਤੇ ਥੋੜਾ ਦਹਿਸ਼ਤ ਦਾ ਮਾਹੌਲ ਬਣ ਜਾਏਗਾ। ਪ੍ਰੋਬਲਮ ਹੁਣ ਇਹ ਹੈ ਕਿ ਆਪਾਂ ਅੱਗੇ ਵੀ ਗੱਲ ਕੀਤੀ ਹੈ, ਪ੍ਰੋਬਲਮ ਅੰਟੈਰੀਓ ਦੀ ਹੈ ਬਹੁਤ ਵੱਡੀ, ਕਿਉਂਕਿ ਅੰਟੈਰੀਓ ਦੇ ਨਾਲ ਜਿਹੜੇ US ਦਾ ਸਟੇਟ ਲੱਗਦੀ ਹੈ ਉੱਥੇ ਕਰੋਨਾ ਵਾਇਰਸ ਦੇ ਕੇਸਿਸ ਬਹੁਤ ਜ਼ਿਆਦਾ ਨੇ ਔਰ ਅੰਟੈਰੀਓ ਇਸ ਗੱਲ ਤਿਆਰ ਨਹੀਂ ਕਿ ਖੋਲ੍ਹਿਆ ਜਾਵੇ। ਫੈਡਰਲ ਗਵਰਨਮੈਂਟ ਹੋਦਾ ਤਿਆਰ ਹੋਵੇਗੀ, ਉਹ ਖੋਲ੍ਹਣ ਨੂੰ ਤਿਆਰ ਹੋਵੇ, ਬਾਕੀ ਦੇ ਬਾਰਡਰ ਖੋਲ੍ਹਣ ਨੂੰ ਤਿਆਰ ਹੋਵੇਗੀ। ਇਹ ਹੁਣ ਸਰਟਨ ਰਾਜੀਨਾਮਾ ਹੋਣਾ ਹੋਵੇਗਾ, ਕਿਸੇ ਹਿਸਾਬ ਦੇ ਐਡਜਸਟਮੈਂਟ ਆਏਗੀ ਫੈਡਰਲੀ ਤੇ ਪ੍ਰੋਵਿੰਸ ਦੀ ਕਿ ਕਦੋਂ ਬਾਰਡਰ ਖੋਲ੍ਹਣਾ, ਕਿਉਂਕਿ ਪ੍ਰੋਵਿੰਸ ਦੀ ਮਰਜ਼ੀ ਬਿਨਾਂ ਬਾਰਡਰ ਛੇਤੀ ਖੋਲ੍ਹਣਾ ਨਹੀਂ ਹੈ ਜੀ, ਫੋਰਸ ਸਾਹਿਬ ਨੇ ਮੰਨਣਾ ਨਹੀਂ ਹੈ। ਔਰ ਗੱਲ ਹੈ ਵੀ ਠੀਕ ਹੈ ਕਿ ਅਸੀਂ ਸਾਰੇ ਦੇਸ਼ਾਂ ਨੇ ਕੋਸ਼ਿਸ਼ ਕੀਤੀ ਹੋਈ ਹੈ ਕਿ ਉੱਥੇ ਕਰੋਨਾ ਦੇ ਕੇਸਿਸ ਨਾ ਵੜਨ, ਬੰਦ ਕੀਤੇ ਹੋਏ ਸਾਰਿਆਂ ਨੇ ਬਾਰਡਰ ਆਦੇ, ਜੇ ਵੜਦੇ ਆ ਤਾਂ ਉਹਨਾਂ ਦੀ ਚੈੱਕਅਪ ਕੀਤੀ ਜਾਂਦੀ ਹੈ ਤੇ ਹਰੇ। ਪਰ ਇੱਕ ਗੱਲ ਤੁਹਾਨੂੰ ਦੱਸ ਦੇਣਾ ਤਰਨ, ਜਦ ਤੱਕ US ਕੈਨੇਡਾ ਬਾਰਡਰ ਖੁੱਲਦਾ ਨਹੀਂ ਨਾ ਉਦੋਂ ਤੱਕ ਕੈਨੇਡਾ ਦੀ ਇਕਨੋਮੀ ਨੇ ਚੱਲਣਾ ਨਹੀਂ ਹੈ, ਚਾਹੇ ਕੁਛ ਵੀ। ਉਹਨਾਂ ਨੂੰ ਚੈੱਕ ਆਉਂਦੀ ਹੈ ਤਾਂ ਸਾਨੂੰ ਜ਼ੁਕਾਮ ਹੋ ਜਾਂਦਾ, ਅਸੀਂ ਇਹਨਾਂ ਡਿਪੈਂਡ ਕਰਦੇ ਹਾਂ ਉਹਨਾਂ ਦੇ ਉੱਤੇ। ਜਿੰਨੀ ਛੇਤੀ ਉਹਨਾਂ ਦਾ ਬਾਰਡਰ ਖੁੱਲੇਗਾ ਠੀਕ ਹੈ, ਪ੍ਰੋਬਲਮਸ ਬਹੁਤ ਨੇ। ਜਦ ਤੱਕ ਬਾਰਡਰ ਨਹੀਂ ਖੁੱਲਦਾ ਉਨੀ ਦੇਰ ਤੱਕ ਕੈਨੇਡੀਅਨ ਇਕਨੋਮੀ ਨੂੰ ਚੱਲਣਾ ਬਹੁਤ ਮੁਸ਼ਕਿਲ ਹੈ। ਬਿਲਕੁਲ ਸਰ, ਉਧਰੋਂ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਹੁਣ ਕੋਸ਼ਿਸ਼ ਕਰ ਰਿਹਾ ਹੈ ਕਿ ਸਿਕਿਉਰਿਟੀ ਕਾਉਂਸਲ ਵਿੱਚ ਕਿਸੇ ਤਰੀਕੇ ਨਾਲ ਆਪਣੇ ਪੈਰ ਜਮਾਏ ਜਾਣ। ਬਿਲਕੁਲ ਜੀ, ਸਿਕਿਉਰਿਟੀ ਕਾਉਂਸਲ ਦੀਆਂ 5 ਤਾਂ ਪਰਮਾਨੈਂਟ ਮੈਂਬਰਸ ਨੇ ਤੇ 10 ਦੂਸਰੇ ਮੈਂਬਰਸ ਹੁੰਦੇ ਨੇ ਜਿਹੜੇ ਕਿ ਹਰ ਸਾਲ ਚੇਂਜ ਹੁੰਦੇ ਰਹਿੰਦੇ ਨੇ। ਉਹਦੇ ਚ ਇਸ ਵੇਲੇ ਕੈਨੇਡਾ ਦਾ ਬਹੁਤ ਜ਼ੋਰ ਲੱਗਿਆ ਹੈ। ਜਿਹੜੇ ਯੂਨਾਈਟਿਡ ਨੇਸ਼ਨ ਦੀਆਂ ਦੂਸਰੀਆਂ 10 ਸੀਟਾਂ ਹੁੰਦੀਆਂ ਨੇ, ਇਹਦੇ ਵਿੱਚ 5 ਅਫਰੀਕਾ ਤੇ ਏਸ਼ੀਅਨ ਸਟੇਟਸ ਹੁੰਦੀਆਂ ਨੇ, 1 ਈਸਟਰਨ ਯੂਰਪੀਅਨ ਚ ਹੁੰਦੀ ਹੈ, 2 ਲੈਟਿਨ ਅਮਰੀਕਾ ਚ ਹੁੰਦੀਆਂ ਨੇ ਤੇ 2 ਵੈਸਟਰਨ ਯੂਰਪ ਤੇ ਅਦਰ ਸਟੇਟਸ ਉਹਨਾਂ ਦੇ ਵਿੱਚ ਹੁੰਦੀਆਂ। ਤੇ ਸਾਡਾ ਹੁਣ ਮੁਕਾਬਲਾ ਪਤਾ ਕਿਹਦੇ ਨਾਲ? ਨਾਰਵੇ ਨਾਲ ਹੈ ਤੇ ਆਇਰਲੈਂਡ ਦੇ ਨਾਲ। 1 ਸੀਟ ਵਾਸਤੇ ਅਸੀਂ ਤਿੰਨੇ ਦੇਸ਼ ਆਪਸ ਵਿੱਚ ਸਾਡੀ ਕਸ਼ਮਕਸ਼ ਚੱਲ ਰਹੀ ਹੈ। ਇੱਕ ਹੋਰ ਖਾਸ ਗੱਲ ਦੱਸਾਂ, ਜਿਹੜੀ ਇਹ ਸੀਟ ਹੁੰਦੀ ਹੈ ਇਹ ਤੇ ਵੋਟ ਪੈਂਦੀ ਹੈ। ਵੋਟ ਜਿਹੜੀ ਹੈਗੀ ਆ ਉਹ ਸੀਕ੍ਰੇਟ ਬੈਲਟ ਹੈ। ਸੀਕ੍ਰੇਟ ਬੈਲਟ ਉੱਥੇ ਜਿਹੜਾ ਦੇਸ਼ ਦਾ ਐਮਬੈਸਡਰ ਹੈਗਾ ਉਹ ਪਾਉਂਦਾ। ਉਹਨੂੰ ਕਈ ਵਾਰੀ ਐਸੀ ਗੱਲ ਵੀ ਹੁੰਦੀ ਹੈ, ਤੁਹਾਨੂੰ ਤੁਸੀਂ ਦੇਖੋ ਕਿ ਕਿਹੜੇ ਲੈਵਲ ਤੱਕ ਕੋਈ ਚੀਜ਼ਾਂ 'ਚ ਫਰਕ ਪੈ ਸਕਦਾ। ਜਦੋਂ ਸੀਕ੍ਰੇਟ ਬੈਲਟ ਪਾਉਣੀ ਹੈ ਤਾਂ ਕਈ ਵਾਰੀ ਕੰਟਰੀ ਐਮਬੈਸਡਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ, ਨਾ ਕਿ ਕੰਟਰੀ ਦੇ ਪ੍ਰਾਈਮ ਮਿਨਿਸਟਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ। ਦੂਜੇ ਦੇਸ਼ਾਂ ਨਾਲ ਵਾਅਦੇ ਕੀਤੇ ਜਾਂਦੇ, ਇਸ ਤੁਹਾਨੂੰ ਆਹ ਕੁਛ ਕਰਾਂਗੇ, ਇਸ ਤੁਹਾਨੂੰ ਆਹ ਕੁਛ ਕਰਾਂਗੇ। ਪਰ ਜਦੋਂ ਵੋਟ ਪਾਉਣੀ ਹੈ, ਕਿਉਂਕਿ ਸੀਕ੍ਰੇਟ ਬੈਲਟ ਹੈ, ਹੋ ਸਕਦਾ ਪ੍ਰਾਈਮ ਮਿਨਿਸਟਰ ਨੇ ਤੁਹਾਡਾ ਵਾਅਦਾ ਕੀਤਾ ਹੋਵੇ ਹਾਂਜੀ ਅਸੀਂ ਤੁਹਾਨੂੰ ਵੋਟ ਪਾਵਾਂਗੇ, ਅੰਬੈਸਡਰ ਆਪਣੀ ਮਰਜ਼ੀ ਨਾਲ ਵੋਟ ਪਾ ਜਾਂਦਾ। ਸੋ ਇਹ ਕੋ ਪਤਾ ਨਹੀਂ ਹੈ ਵੋਟ ਪੈਣੀ ਕਿਹੜੇ ਪਾਸੇ ਨੂੰ। ਤਾਂ ਸੋ ਇੱਥੇ ਤੱਕ ਵੀ ਚੱਲਿਆ ਜਾਂਦਾ ਕੰਮ ਵੀ ਤੁਸੀਂ ਅੰਬੈਸਡਰਸ ਨੂੰ ਵੀ ਲੈਟ ਮੀ ਯੂਜ਼ ਦਿਸ ਵਰਡ ਫਸਲਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਸੀਂ ਉਹਨੂੰ ਫਸਲਾਓ ਤੇ ਉਹ ਤੋਂ ਵੋਟ ਪਾਓ। ਤੇ ਬਾਕੀ ਵੋਟ ਪੈਣੀ ਜੀ 17 ਤਾਰੀਖ ਨੂੰ। ਦੇਖੋ ਇਸ ਵੇਲੇ ਵੈਸੇ ਹੁਣ ਤੱਕ ਜਿੰਨੀ ਵਾਰੀ ਜਦੋਂ ਦੀ ਯੂਨਾਈਟਿਡ ਨੇਸ਼ਨਸ ਬਣੀ ਹੈ ਐਵਰੇਜ ਕੈਨੇਡਾ ਦੀ 1 ਦਹਾਕੇ ਦੀ 1 ਸੀਟ ਆਈ ਹੈ ਇਹਨਾਂ ਦੇ ਹਿੱਸੇ ਦੇ ਵਿੱਚ। ਹਾਂ ਪਿਛਲੇ 20 ਸਾਲਾਂ 'ਚ ਇਹਨਾਂ ਦੇ ਹਿੱਸੇ ਕੋਈ ਨਹੀਂ ਆਈ, ਪਰ ਐਵਰੇਜ ਹੁਣ ਤੱਕ ਦੀ ਇਹ ਹੈਗੀ ਆ। ਦੇਖੋ 17 ਤਰੀਕ ਨੂੰ ਸਾਨੂੰ ਉੱਥੋਂ ਦੀ ਸੀਟ ਮਿਲਦੀ ਹੈ ਕਿ ਨਹੀਂ ਮਿਲਦੀ। ਬਿਲਕੁਲ ਜੀ, ਇਸ ਤੋਂ ਬਾਅਦ ਅਸੀਂ ਨੈਕਸਟ ਇਸ ਤੋਂ ਪਹਿਲਾਂ ਖਬਰ ਤੇ ਆਈਏ ਕਿ ਸਾਡੇ ਇੱਕ ਦਰਸ਼ਕ ਨੇ ਸਾਨੂੰ ਕਮੈਂਟ ਕੀਤਾ ਹੈ ਕਿ ਸਾਡੇ ਤੱਕ ਗੱਲ ਨਹੀਂ ਪਹੁੰਚਣ ਦਿੱਤੀ ਜਾਂਦੀ। ਸੋ ਉਹਨਾਂ ਨੂੰ ਦੱਸ ਦਈਏ ਕਿ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜਾ ਟੌਪਿਕ ਨਾਲ ਰੈਲੇਵੈਂਟ ਕੋਈ ਕੁਐਸਚਨ ਹੋਵੇ ਤੁਹਾਡਾ, ਸੋ ਉਹਦੇ ਬਾਰੇ ਵਿੱਚ ਉਹ ਕਾਲਸ ਅੱਗੇ ਫਾਰਵਰਡ ਕਰਦੇ ਨੇ। ਬਾਈ ਚਾਂਸ ਬਹੁਤ ਸਾਰੇ ਕਾਲਰਸ ਹੁੰਦੇ ਆ ਜਿਹੜੇ ਸਾਨੂੰ ਕਾਲ ਕਰਦੇ ਨੇ ਕਿ ਟਿਕਟਸ ਕਦੋਂ ਲੈ ਸਕਦੇ ਆ, ਕਿਵੇਂ ਲੈ ਸਕਦੇ ਆ, ਜਾਂ ਇਮੀਗ੍ਰੇਸ਼ਨ ਸੰਬੰਧੀ ਸਾਨੂੰ ਕੁਐਸਚਨਸ ਪੁੱਟ ਕਰਨ ਲੱਗ ਜਾਂਦੇ ਨੇ। ਸੋ ਉਹਨਾਂ ਨੂੰ ਵੀ ਇਹੀ ਕੋਸ਼ਿਸ਼ ਹੁੰਦੀ ਆ, ਸਾਡੇ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਜਿਹੜੇ ਟੌਪਿਕ ਸਾਡੇ ਚੱਲ ਰਹੇ ਨੇ ਉਹਨਾਂ ਨਾਲ ਰੈਲੇਵੈਂਟ ਹੀ ਸਾਨੂੰ ਕਾਲਸ ਜਿਹੜੀਆਂ ਅੱਗੇ ਫਾਰਵਰਡ ਕੀਤੀਆਂ ਜਾਣ। ਜੇਕਰ ਤੁਹਾਡੀ ਕਾਲ ਮਿਸ ਹੋ ਚੁੱਕੀ ਹੈ ਤਾਂ ਉਹਦੇ ਲਈ ਅਸੀਂ ਮੁਆਫੀ ਚਾਹਾਂਗੇ। ਅਸੀਂ ਚਾਹਾਂਗੇ ਕਿ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਸਰ ਅਗਲੀ ਖਬਰ ਅਸੀਂ ਡਿਸਕਸ ਕਰੀਏ ਪੀਲ ਵੇਚਣ ਦੀ ਹੈਗੀ ਹੈ। ਸੁਰਖੀਆਂ ਵਿੱਚ ਆਈ ਹੋਈ ਹੈ ਇਸ ਲਈ ਕਿਉਂਕਿ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਇਹ ਕਿਹਾ ਹੈ ਕਿ ਪੀਲ ਸਕੂਲ ਬੋਰਡ ਦੀ ਜਿਹੜੀ ਚੇਅਰ ਹੈ ਉਹ ਅਸਤੀਫਾ ਦੇ ਦੇ। ਇਹ ਜਿਹਾ ਕੀ ਮੈਟਰ ਹੋਇਆ ਕਿ ਮੁਸਲਿਮਸ ਬੋਰਡ ਜਿਹੜਾ ਹੈ ਉਹਨਾਂ ਤੋਂ ਅਸਤੀਫੇ ਦੀ ਮੰਗ ਕਰ ਰਿਹਾ ਵਾ, ਕਿਉਂਕਿ ਜੀ ਹਾਂਜੀ ਇਹ ਜਿਹੜੀ ਖਬਰ ਹੈ ਇਹ ਬੜੀ ਮੈਨੂੰ ਬੜੀ ਹੈਰਾਨੀ ਹੋਈ ਇਸ ਖਬਰ ਦੇ ਉੱਤੇ। ਪੀਲ ਡਿਸਟ੍ਰਿਕਟ ਬੋਰਡ ਦੀ ਜਿਹੜੀ ਹੈਗੇ ਆ ਉਹਨਾਂ ਦੀ ਚੇਅਰ ਹੈਗੇ ਜੀ, ਉਹਨਾਂ ਵਾਸਤੇ ਕਿਉਂ ਕਿਹਾ ਗਿਆ ਜਿਹੜੀ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਹੈਗੀ ਆ, ਉਹਨਾਂ ਨੇ ਦੋਸ਼ ਇਹ ਲਾਇਆ ਕਿ ਇੱਥੇ ਜਿਹੜਾ
ਜਿਹੜੀ ਰੇਸਿਜ਼ਮ ਹੈਗਾ ਇਸ ਬੋਰਡ ਦੇ ਵਿੱਚ ਹੈਗਾ, ਕਿਉਂਕਿ ਉੱਥੇ ਕਈ ਜਿਹੜੇ ਐਫਰੋ ਅਮਰੀਕਨਸ ਆ ਉਹਨਾਂ ਨਾਲ ਤੇ ਮੁਸਲਿਮਸ ਦੇ ਨਾਲ ਕਈ ਥਾਵਾਂ ਤੇ ਐਸੀ ਗੱਲ ਕੀਤੀ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਗੱਲਾਂ ਨਹੀਂ ਗਈਆਂ, ਉਹਨਾਂ ਦੇ ਅਗੇਂਸਟ ਗਈਆਂ ਨੇ। ਤੇ ਉਹਦੇ ਵਿੱਚ ਇਹ ਗੱਲ ਪਿਛਲੇ ਮਹੀਨੇ ਉਹ ਲੱਗਦਾ ਗੱਲ ਇਹ ਫਰਾਈਡੇ ਨੂੰ ਸ਼ੁਰੂ ਹੋਈ ਹੈ, ਫਰਾਈਡੇ ਦੀ ਆਫਟਰਨੂਨ ਸ਼ੁਰੂ ਹੋਈ ਹੈ। ਇਸ ਕਰਕੇ ਜਿਹੜਾ ਮੇਨ ਸਟ੍ਰੀਮ ਦੇ ਵਿੱਚ ਇਹ ਖਬਰ ਆਉਣੋਂ ਰਹਿ ਗਈ ਆ, ਸੈਟਰਡੇ ਨੂੰ ਕੁਝ ਹੋਰ ਖਬਰਾਂ ਆ ਜਾਂਦੀਆਂ, ਇਹ ਖਬਰ ਥੱਲੇ ਚਲੀ ਗਈ ਹੈ। ਪਰ ਆਪਾਂ ਇਸ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦੇ ਹਾਂ ਕਿ ਜੇ ਉਹਨਾਂ ਨੇ ਕਿਉਂ, ਹਾਲਾਂਕਿ ਜਿਹੜਾ ਟੋਰੰਟੋ ਸਟਾਰ ਉਹਨੇ ਖਬਰ ਨੂੰ ਚੱਕਿਆ ਹੈ, ਉਹਦੇ 'ਚ ਖਬਰ ਚੱਲੀ ਹੋਈ ਹੈ, ਪਰ ਇਹਨੂੰ ਹਜੇ ਤੱਕ ਕੋਈ ਤੂਲ ਇਹਨੇ ਹਵਾ ਨਹੀਂ ਫੜੀ ਹੈ। ਸ਼ਾਇਦ ਹੋ ਸਕਦਾ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਤੋਂ ਹੋਰ ਕੁਝ ਹੋਰ ਮੈਟਰ ਵੀ ਆਵੇ ਇਹਦੇ ਤੇ। ਪਰ ਜਿਹੜੀ ਆਪਣੀ NCCM ਹੈ ਉਹਦਾ ਸ਼ਾਰਟ ਹੈ ਜੀ, ਉਹਨਾਂ ਨੇ ਇਹ ਇਤਰਾਜ਼ ਜਤਾਇਆ ਜੀ ਕਿ ਉੱਥੇ ਸਿਸਟਮੈਟਿਕ ਰੇਸਿਜ਼ਮ ਪੀਲ ਸਕੂਲ ਬੋਰਡ ਦੇ ਵਿੱਚ ਹੋ ਰਿਹਾ ਹੈ। ਵੈਸਟ ਜੈਟ ਦੀ ਇੱਕ ਫਲਾਈਟ ਆ ਜਿਹਨੂੰ ਵਾਪਸ ਜਿਹੜੀ ਆਪਣੀ ਡੈਸਟੀਨੇਸ਼ਨ ਤੋਂ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਮੋੜ ਦਿੱਤਾ ਗਿਆ ਤੇ ਇਸ ਦੇ ਲਈ BC ਦੇ ਇੱਕ ਪਰਸਨ ਨੂੰ ਗ੍ਰਿਫਤਾਰ ਕੀਤਾ ਗਿਆ। ਕੀ ਹੈ ਪੂਰਾ ਮਾਮਲਾ ਤੇ ਫਲਾਈਟ ਨੂੰ ਵਾਪਸ ਲੈ ਕੇ ਜਾਣ ਦਾ ਕੀ ਕਾਰਨ ਸੀ? ਤਰਨ ਤੁਸੀਂ ਦੇਖੋ ਹਜੇ ਤੱਕ ਵੀ ਲੋਕ ਖੜਦੇ ਬੜੇ ਵੱਡੇ ਸਾਈਨ ਲਾਏ ਹੈ ਸਾਰੇ ਪਲੇਨ ਦੇ ਵਿੱਚ, ਤੁਹਾਨੂੰ ਜਿੱਥੇ ਵੀ ਬੈਠੇ ਹੋ ਤੁਹਾਨੂੰ ਇਹ ਸਾਈਨ ਜ਼ਰੂਰ ਦਿੱਤੇਗਾ ਜੀ। ਇਹਦੇ ਬਾਰੇ ਅਸੀਂ ਗੱਲ ਕਰਾਂਗੇ, ਪਹਿਲਾਂ ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕੌਣ ਬੋਲ ਰਹੇ ਹੋ ਸਰ? ਹਾਂਜੀ ਮੈਂ ਜੀ ਵਿਕਰਮ ਬੋਲ ਰਿਹਾ ਜੀ। ਬਹੁਤ ਸਵਾਗਤ ਹੈ ਵਿਕਰਮ ਜੀ। ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਜੀ, ਮੇਰੇ ਪੈਰੈਂਟਸ ਨੇ USA ਵਿੱਚ, ਉਹਨਾਂ ਕੋਲ ਹੈਗਾ ਜੀ US ਦਾ ਗ੍ਰੀਨ ਕਾਰਡ ਤੇ ਉਹ ਆਉਣਾ ਚਾਹ ਰਹੇ ਨੇ ਜੀ। ਹੁਣ ਉਹ ਕਾਫੀ ਟਾਈਮ ਤੋਂ ਉੱਥੇ ਸਟਕ ਨੇ, ਅਰਾਊਂਡ 3 ਮਹੀਨੇ ਤੋਂ। ਤੇ ਇਹ ਮੈਂ ਪੁੱਛਣਾ ਸੀ ਕਿ ਜੇ ਉਹਨਾਂ ਨੇ ਬਾਰਡਰ ਕ੍ਰਾਸ ਕਰਕੇ ਇੱਧਰ ਆਉਣਾ ਹੋਵੇ ਤੇ ਕੀ ਕੰਡੀਸ਼ਨਸ ਵਗੈਰਾ ਨੇ, ਉਹਨਾਂ ਨੂੰ ਕੋਈ ਛੱਡਣ ਆ ਸਕਦਾ ਹੈ ਜਾਂ ਉਹਨਾਂ ਨੂੰ ਉੱਥੋਂ ਬੱਸ ਵਗੈਰਾ ਲੈ ਕੇ ਆਉਣੀ ਪਏਗੀ, ਜਾਂ ਜੇ ਕੋਈ ਛੱਡਣ ਆਉਂਦਾ ਉਹ ਵਾਪਸ ਜਾ ਸਕਦਾ ਹੈ ਬਾਰਡਰ ਤੋਂ? ਸਰ ਤੁਹਾਡੇ ਪੇਰੈਂਟਸ ਹੈ ਕਿੱਥੇ ਇਸ ਟਾਈਮ? ਨਿਊ ਜਰਸੀ ਚ। ਨਿਊ ਜਰਸੀ ਦੇ ਵਿੱਚ, ਤੇ ਉਹਨਾਂ ਕੋਲ ਕੈਨੇਡਾ ਦਾ ਵੀਜ਼ਾ ਆ? ਹਾਂਜੀ, ਉਹਨਾਂ ਕੋਲ ਐਕਚੁਅਲੀ US ਦਾ ਗ੍ਰੀਨ ਕਾਰਡ ਹੈਗਾ ਜੀ, ਕੈਨੇਡਾ ਦਾ ਸੁਪਰ ਵੀਜ਼ਾ ਵੀ ਹੈਗਾ। ਤੇ ਮੈਂ ਇੱਥੇ ਕਿਚਨਰ ਰਹਿਣਾ ਜੀ, ਉਹਨਾਂ ਕਿਚਨਰ ਆਣਾ ਜੀ ਸਾਡੇ ਕੋਲ। ਜੀ ਬਿਲਕੁਲ ਨਾ ਜੀ, ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦਈਏ? ਬਿਲਕੁਲ ਜੀ ਬਿਲਕੁਲ, ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਲਓ ਤੇ ਬਾਕੀ ਕੋਸ਼ਿਸ਼ ਕਰਾਂਗੇ ਕਿ ਇਮੀਗ੍ਰੇਸ਼ਨ ਸੰਬੰਧੀ ਪ੍ਰੋਗਰਾਮ ਦੇ ਵਿੱਚ ਇਸ ਬਾਰੇ ਤੁਸੀਂ ਗੱਲਬਾਤ ਕਰੋ। ਜੀ ਸਰ। ਜੋ ਕੁਝ ਹੁਣ ਤੱਕ ਅਲਾਉਡ ਹੈਗਾ ਤਾਂ ਜਿਹੜੀ ਇਮੀਡੀਏਟ ਫੈਮਿਲੀ ਹੈ, ਇਹ ਹੁਣੇ ਜਿਹੜੀ ਸਾਡੀ ਸਰਕਾਰ ਆ ਉਹਨੇ ਅਲਾਉ ਕੀਤਾ ਜਿਹੜੀ ਇਮੀਡੀਏਟ ਫੈਮਿਲੀ ਆ, ਐਕਸਟੈਂਡਡ ਫੈਮਿਲੀ ਨਹੀਂ, ਉਹ ਆ ਸਕਦੇ ਆ ਜੀ। ਹੁਣ ਇਹ ਨਹੀਂ ਸਾਨੂੰ ਪਤਾ ਕਿ ਜਿਹੜਾ ਸੁਪਰ ਵੀਜ਼ਾ ਅਲਾਉਡ ਹੈ ਜਾਂ ਜਸਟ ਸਿਟੀਜ਼ਨਸ ਅਲਾਉਡ ਹੈ, ਕਿਉਂਕਿ ਹੁਣ ਤੱਕ ਬਾਰਡਰ ਬੰਦ ਹੈਗਾ US ਦਾ ਤੇ ਕੈਨੇਡਾ ਦਾ, ਸਿਰਫ ਇਮੀਡੀਏਟ ਫੈਮਿਲੀ ਮੈਂਬਰਸ ਵਾਸਤੇ ਖੁੱਲ੍ਹਾ ਜੀ। ਤੁਸੀਂ ਉਸ ਦੇ ਅੰਤਰਗਤ ਯੂ ਸ਼ੁਡ ਟਰਾਈ ਫॉर दैट। ਜੇ ਨੇੜੇ ਤੇੜੇ ਰਹਿੰਦੇ ਨੇ ਤਾਂ ਬਾਈ ਕਾਰ ਹੀ ਆਉਣਗੇ ਜੀ, ਜਾਂ ਬਾਈ ਏਅਰ ਆਉਣਾ, ਤਾਂ ਫਿਰ ਉੱਥੇ ਹੀ ਪਤਾ ਲੱਗ ਜਾਏਗਾ ਉਹਨਾਂ ਨੂੰ ਕਿ ਵਿਦ ਲੈਟ ਦੈਮ ਬੋਰਡ ਦਾ ਪਲੇਨ ਆਰ ਨਾਟ। ਪਰ ਉਹ ਤੁਹਾਨੂੰ ਟਿਕਟ ਲੈਣੀ ਪਏਗੀ, ਕਿ ਵਾਰੀ ਆਉਂਦਾ ਫਿਰ ਕੀ ਤੁਹਾਡੀ ਟਿਕਟ ਵਾਪਸ ਨਹੀਂ ਜਾਣੀ। ਬਟ ਬਾਈ ਰੋਡ ਯੂ ਕੈਨ ਟਰਾਈ ਦੈਟ ਐਸ ਵੇਲੇ ਇਮੀਡੀਏਟ ਫੈਮਿਲੀ ਮੈਂਬਰਸ ਆਰ ਅਲਾਉਡ ਟੂ ਗੈਟ ਇਨਟੂ ਕੈਨੇਡਾ। ਬਿਲਕੁਲ ਜੀ। ਤੇ ਸਰ ਗੱਲਬਾਤ ਅਸੀਂ ਕਰ ਰਹੇ ਸੀ ਜਿਹੜੀ ਵੈਸਟ ਜੈਟ ਦੀ ਫਲਾਈਟ ਜਿਹੜੀ ਆ ਵਾਪਸ ਮੁੜੀ ਆ। ਬਿਲਕੁਲ ਸਰ, ਜਿਹੜੀ ਵੈਸਟ ਜੈਟ ਦੀ ਫਲਾਈਟ ਹੈ ਉਹ ਵੈਨਕੂਵਰ ਤੋਂ ਉੱਡੀ ਆ ਤੇ ਉਹਨੇ ਟੋਰਾਂਟੋ ਪੀਅਰਸਨ ਤੇ ਆਉਣਾ ਸੀਗਾ ਤੇ ਅਖੀਰ ਉਹਨੂੰ ਵਿਨੀਪੈਗ ਉਤਰਨਾ ਪਿਆ। ਸਾਈਨ ਦੀ ਆਪਾਂ ਗੱਲ ਕਰਦੇ, ਜਗ੍ਹਾ ਜਗ੍ਹਾ ਤੇ ਸਾਈਨ ਲੱਗੇ ਸਾਰੇ ਪਲੇਨ 'ਚ, ਕੋਈ ਸਾਈਨ ਇਸ ਗੱਲ ਨੂੰ ਮਿਸ ਨਹੀਂ ਕਰਦਾ। ਤਾਂ ਸ਼ਾਇਦ ਤੁਸੀਂ ਉਸ ਵੇਲੇ ਟਰੈਵਲ ਨਾ ਕੀਤਾ ਹੋਵੇ, ਕੋਈ ਸਮਾਂ ਹੁੰਦਾ ਸੀਗਾ ਜਿਹੜੀ ਪਲੇਨ ਆ ਨਾ ਉਹਦੀ ਹਰੇਕ ਸੀਟ ਦੇ ਉੱਤੇ ਐਸ਼ਟਰੇ ਲੱਗੀ ਹੁੰਦੀ ਸੀ। ਹਾਂਜੀ, ਐਸ਼ਟਰੇ ਹੁੰਦੀ ਸੀਗੀ। ਤੇ ਫਿਰ ਐਸੀ ਹਾਲਾਤ ਆਏ ਕਿ ਜਿਹੜੀਆਂ ਫਰੰਟ ਰੋਜ਼ ਹੈਗੀਆਂ ਨੇ ਉਹਦੇ ਤੇ ਐਸ਼ਟਰੇ ਰਹਿਣ ਦੀਆਂ ਪਿੱਛੇ ਰਹਿਣ ਬੰਦ ਕਰਦੀਆਂ ਵੀ ਥੋੜਾ ਏਰੀਆ ਸਮੋਕਿੰਗ ਏਰੀਆ ਸੀ। ਤੇ ਫਿਰ ਐਸੀ ਗੱਲ ਆਈ ਕਿ ਸਾਰੀਆਂ ਏਅਰਲਾਈਨਸ ਨੇ ਨॉन ਸਮੋਕਿੰਗ ਫਲਾਈਟਸ ਕਰਤੀਆਂ ਨੇ। ਇਹ ਭਾਈ ਸਾਹਿਬ ਹਾਲੇ ਤੱਕ ਸਮਝ ਨਹੀਂ ਹੈ, ਆਰਾਮ ਨਾਲ ਬੈਠੇ ਕਸ਼ ਲਗਾ ਰਹੇ ਸੀਗੇ ਪਲੇਨ ਦੇ ਵਿੱਚ। ਉਹਨਾਂ ਨੂੰ ਕਿਹਾ ਗਿਆ ਵੀ ਭਾਈ ਸਾਹਿਬ ਤੁਸੀਂ ਇਹ ਕੰਮ ਨਾ ਕਰੋ, ਪਰ ਉਹ ਮੰਨੇ ਨਹੀਂ ਜੀ। ਫਿਰ ਅਖੀਰ ਵਿਨੀਪੈਗ ਲਾਉਣਾ ਪਿਆ। ਵਿਨੀਪੈਗ ਜਾ ਕੇ ਉਹਨਾਂ ਨੂੰ ਰੈਸਟ ਵੀ ਕਰ ਲਿਆ ਤੇ ਪਲੇਨ 1.5 ਘੰਟਾ ਲੇਟ ਹੋਈ ਹੈ ਜੀ। ਵਿਨੀਪੈਗ ਉਤਰੇ ਜੀ, ਰੀਫਿਊਲ ਕਰਨਾ ਪਿਆ। ਅਖੀਰ ਉਹ ਟੋਰਾਂਟੋ ਪੀਅਰਸਨ ਤੇ ਆ ਗਈ ਜੀ। ਇਹ ਇੱਕ ਤਰਨ ਸਿੰਪਲ ਜੀ ਗੱਲ ਹੈ ਵੀ ਜਦ ਤੁਹਾਨੂੰ ਕੋਈ ਚੀਜ਼ ਦੇ ਅਲਾਉ ਨਹੀਂ ਕੀਤਾ ਗਿਆ ਤੁਸੀਂ ਕਿਉਂ ਅਲਾਉ ਕਰਦੇ? ਤੁਸੀਂ ਕਿਉਂ ਕਰਦੇ? ਤੁਸੀਂ ਦੇਖੋ ਤੁਹਾਡੇ ਕਰਕੇ ਜਿਹੜੇ ਬਾਕੀ ਦਾ ਪਲੇਨ ਲੋਡ ਹੈਗਾ, ਕਿੰਨੇ ਲੋਕ ਬਾਦਰ ਹੋਏ ਨੇ, ਕਿੰਨੇ ਪਰੇਸ਼ਾਨ ਹੋਏ ਨੇ। ਹੋ ਸਕਦਾ ਕਿਸੇ ਦੀ ਕੋਈ ਇੱਥੇ ਅਪਾਇੰਟਮੈਂਟ ਹੋਵੇ, ਉਹਦੀ ਅਪਾਇੰਟਮੈਂਟ ਮਿਸ ਹੋ ਗਈ ਹੋਵੇ। ਹੋ ਸਕਦਾ ਕਿਸੇ ਨੇ ਆਪਣੇ ਰਿਸ਼ਤੇਦਾਰ ਦੇ ਫਿਊਨਰਲ ਤੇ ਜਾਣਾ ਹੋਵੇ, ਜਾਂ ਪ੍ਰਮਾਤਮਾ ਕਰੇ ਇਹ ਨਾ ਹੋਵੇ। ਐਸੇ ਟਾਈਮ ਹੁੰਦੇ ਨੇ, ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ ਤੇ ਤੁਸੀਂ ਆਪਦੀ ਜਿਹੜੀ ਤੁੱਛ ਬੁੱਧੀ ਹੈ ਉਹਨੂੰ ਉਹ ਨਹੀਂ ਵਰਤ ਰਹੇ ਤੁਸੀਂ, ਤੇ ਚੁੱਪ ਕਰਕੇ ਕਸ਼ ਲਗਾ ਰਹੇ ਹੋ। ਐਡੀ ਕਿਹੜੀ ਗੱਲ ਹੈ? ਜੇ ਤੁਹਾਨੂੰ ਸਰਦਾ ਹੀ ਨਹੀਂ ਹੈ ਭਾਈ ਫਲਾਈ ਨਾ ਕਰੋ। ਸਿੰਪਲ ਜੀ ਗੱਲ ਆ, ਬਹੁਤ ਲੋਕ ਕਰਦੇ ਨੇ, ਕੋਈ ਐਡੀ ਗੱਲ ਨਹੀਂ ਹੈ। ਪਰ ਇਹ ਭਾਈ
ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਜੀ, ਬਹੁਤ ਹੀ ਵਧੀਆ ਨਹੀਂ ਕੀਤੀ। ਬਿਲਕੁਲ ਜੀ ਸਰ, ਆਪਾਂ ਪਰਸੋਂ ਆਪਾਂ ਲਾਸਟ ਫਰਾਈਡੇ ਆਪਾਂ ਡਿਸਕਸ ਕੀਤਾ ਸੀ ਕਿ ਕੁਝ ਕੰਪਨੀਆਂ ਨੇ ਜਿਹੜੀਆਂ ਕਿ ਆਪਣੇ EMPLOYEES ਦੀਆਂ ਜਿਹੜੀਆਂ ਵੇਜਸ ਨੇ ਜਿਹੜਾ $2 ਦੇ ਵਾਅਦਾ ਕੀਤਾ ਗਿਆ ਸੀ ਉਹ ਹੁਣ ਵਾਪਸ ਲੈ ਰਹੀਆਂ ਨੇ, ਤੇ ਸੁਣਨ ਵਿੱਚ ਆਇਆ ਕਿ ਹੁਣ ਇਹਨਾਂ ਕੰਪਨੀਆਂ ਦੇ ਉੱਤੇ ਐਕਸ਼ਨ ਲਿਆ ਜਾ ਸਕਦਾ ਹੈ ਕਿ ਉਹ ਵਧੀ ਹੋਈ ਜਿਹੜੀ ਆ ਵੇਜ ਹੈ ਉਹਨੂੰ ਵਾਪਸ ਕਿਉਂ ਲੈ ਰਹੇ ਨੇ। ਇਸ ਦੇ ਵਿੱਚ ਇੱਕ ਲਿਬਰਲ MP ਵੀ ਪੂਰਾ ਸਪੋਰਟ ਕਰ ਰਹੇ ਨੇ ਕਿ ਇਹਨਾਂ ਕੰਪਨੀਆਂ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਕੀਤਾ ਜਾਵੇ। ਤਰਨ ਇਹ ਚੰਗੀ ਗੱਲ ਹੈ ਮੇਰੇ ਖਿਆਲ। ਦੇਖੋ ਹਜੇ ਕਿਹੜਾ ਕੋਵਿਡ ਖਤਮ ਹੋ ਗਿਆ, ਹਜੇ ਕਿਹੜਾ ਰਿਸਕ ਖਤਮ ਹੋ ਗਿਆ, ਤੇ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹ ਡਿਜ਼ਰਵ ਕਰਦੇ ਆ ਕਿ ਉਹਨਾਂ ਨੂੰ ਐਕਸਟਰਾ ਵੇਜਸ ਦਿੱਤੇ ਜਾਣੇ ਚਾਹੀਦੇ ਆ। ਮੈਂ ਤਾਂ $2 ਵੀ ਕਹਿੰਦਾ ਘੱਟ ਹੈ ਜੀ, ਕਿਉਂਕਿ ਜਿਹੜੀਆਂ ਖਾਸ ਕਰਕੇ ਜਿਹੜੀਆਂ ਆਹ ਤਰਨ ਹੈਗੀਆਂ ਨੇ ਨਾ ਗਰੋਸਰੀ ਕੰਪਨੀਜ਼, ਲੌਬਰੋਸ, ਮੈਟਰੋ, ਇੱਕ ਐਮਪਾਇਰ ਕੰਪਨੀ ਹੈਗੀ ਆ, ਇਹ ਸਾਰੀਆਂ ਕੰਪਨੀਆਂ ਇਸ ਵੇਲੇ ਬਹੁਤ ਪ੍ਰੋਫਿਟ ਜਾ ਰਹੀਆਂ ਨੇ। ਪ੍ਰੋਫਿਟ ਤਾਂ ਪਹਿਲਾਂ ਵੀ ਹੁੰਦਾ ਸੀਗਾ, ਹੁਣ ਬਹੁਤ ਜ਼ਿਆਦਾ ਪ੍ਰੋਫਿਟ ਹੈ। ਕਿਉਂ? ਲੋਕੀ ਘਰੇ ਬੈਠੀ ਹੈ, ਗਰੋਸਰੀ ਖਰੀਦਦੀ ਹੈ, ਬਾਹਰ ਖਾਣਾ ਹਟ ਗਿਆ, ਇਹ ਬਹੁਤ ਜ਼ਿਆਦਾ ਘਟ ਗਿਆ, ਉਹਦੇ ਕਰਕੇ ਲੋਕਾਂ ਨੂੰ ਘਰੇ ਗਰੋਸਰੀ ਬਾਏ ਕਰਨੀ ਪੈਂਦੀ ਹੈ। ਔਰ ਇਹਨਾਂ ਨੇ ਜਿਹੜਾ ਫੈਸਲਾ ਲਿਆ ਸੀਗਾ ਵੀ ਅਸੀਂ ਉਹ ਬੰਦ ਕਰ ਦੇਣਾ, ਇਹਨਾਂ ਨੂੰ ਕੁਐਸਚਨ ਹੋ ਰਿਹਾ ਹੈ। ਉਹ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਨੇ ਜੀ ਆਪਣੇ ਲਿਬਰਲ ਦੇ, ਉਹਨਾਂ ਨੇ ਇਹ ਇਸ਼ੂ ਉਠਾਇਆ ਔਰ ਉਹਦੇ ਨਾਲ ਜਿਹੜੇ NDP ਹੈ, ਕੰਜ਼ਰਵੇਟਿਵਸ ਨੇ, ਉਹ ਸਹਿਮਤ ਨੇ ਔਰ ਉਹਨਾਂ ਨੇ ਕਿਹਾ ਵੀ ਹਾਂ ਇਹਨਾਂ ਨੂੰ ਪਾਰਲੀਮੈਂਟਰੀ ਕਮੇਟੀ ਮੂਹਰੇ ਸੱਦਣਾ ਚਾਹੀਦਾ। ਉਹਨਾਂ ਨੇ ਐਗਜ਼ੈਕਟਿਵਸ ਨੂੰ ਸੱਦਿਆ, ਪਰ ਇਹ 'ਚ ਇੱਕ ਲੂਪ ਹੋਲ ਹੈ। ਜੇ ਉਹਨਾਂ ਨੂੰ ਸੱਦਿਆ ਉਹ ਜਵਾਬ ਦੇ ਸਕਦੇ ਆ, ਉਹ ਇਹ ਕਹਿ ਸਕਦੇ ਅਸੀਂ ਨਹੀਂ ਆਉਣਾ, ਪਰ ਜੇ ਜਵਾਬ ਦੇਣਗੇ ਫਿਰ ਵੀ ਉਹਨਾਂ ਦੇ ਅਗੇਂਸਟ ਜਾਂਦੀ ਹੈ ਗੱਲ। ਅਕੋਰਡਿੰਗ ਟੂ ਵਟਐਵਰ ਰਾਈਟ ਨਾਓ ਜਿਹੜੀ ਪ੍ਰੋਸੈਸ ਚੱਲ ਰਿਹਾ, ਜੇ ਤਾਂ ਉਹਨਾਂ ਨੂੰ ਮੱਲੋ-ਮੱਲੀ ਸੱਦਿਆ ਹੋਵੇ ਉਹਦੇ ਵਿੱਚ ਤਾਂ ਉਹਨਾਂ ਨੂੰ ਆਉਣਾ ਪਏਗਾ, ਪਰ ਜਿਹੜਾ ਹੁਣ ਪਟੀਸ਼ਨ ਜਿਹੜੀ ਚੱਲ ਰਹੀ ਹੈ ਉਹਦੇ 'ਚ ਇਹ ਉਹ ਮਰਜ਼ੀ ਹੈ ਉਹਨਾਂ ਦੀ ਆਉਣ ਜਾਂ ਨਾ ਆਉਣ, ਪਰ ਸਟਿਲ ਇਟ ਵਿਲ ਗੋ ਅਗੇਂਸਟ them। ਸੋ ਇਹ ਨਵਾਂ ਇਸ਼ੂ ਚੱਲਿਆ ਜੀ, ਇਹ ਨਹੀਂ ਪਤਾ ਉਹਨਾਂ ਨੂੰ ਬੁਲਾਇਆ ਕਦੋਂ ਜਾਵੇਗਾ, ਕਦੋਂ ਉਹਨਾਂ ਨੂੰ ਇਕੱਠਾ ਕੀਤਾ ਜਾਵੇਗਾ। ਪਰ ਇਹ ਚੰਗੀ ਗੱਲ ਹੈ ਕਿ ਜਿਹੜੀਆਂ ਕੰਪਨੀਆਂ ਹਜੇ ਨਾਲੇ ਪ੍ਰੋਫਿਟ ਬਣਾ ਰਹੀਆਂ ਨੇ, ਨਾਲੇ ਤੁਹਾਡੇ ਵਾਸਤੇ EMPLOYEES ਕੰਮ ਕਰ ਰਹੇ ਨੇ ਔਰ ਉਹਨਾਂ EMPLOYEES ਕਰਕੇ ਤੁਹਾਡਾ ਪ੍ਰੋਫਿਟ ਬਣ ਰਿਹਾ, ਤੇ ਤੁਸੀਂ ਉਹਨਾਂ ਨੂੰ ਵੇਜਸ ਜਿਹੜੇ ਦਿੱਤੇ ਸ਼ੁਰੂ ਕੀਤੇ ਸੀਗੇ, ਹਲੇ ਉਹ ਇਸ਼ੂ ਖਤਮ ਨਹੀਂ ਹੋਇਆ ਤੇ ਤੁਸੀਂ ਉਹਨਾਂ ਦੇ ਵੇਜਸ ਫੇਰ ਘਟਾ ਦਿੱਤੇ ਨੇ। ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ, ਇਹ PR ਵਾਸਤੇ ਵੀ ਬੜੀ ਮਾੜੀ ਗੱਲ ਲੱਗ ਗਈ ਹੈ ਜੀ। ਤੇ ਦੇਖੋ ਅਗਲੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ। ਬਿਲਕੁਲ। ਤੇ ਸਰ ਹੁਣ ਥੋੜਾ ਜਿਹਾ US ਵੱਲ ਕਰ ਲਈ, ਜਿੱਥੇ ਕਿ ਨਵੰਬਰ ਮਹੀਨੇ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਨੇ, ਕੈਂਪੇਨ ਰੈਲੀਜ਼ ਨੂੰ ਲੈ ਕੇ ਮੁਹਿੰਮਾਂ ਜ਼ੋਰਾਂ ਸ਼ੋਰਾਂ ਨਾਲ ਚੱਲਦੀਆਂ ਨੇ, ਪੂਰਾ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ ਕਦੋਂ ਲਾਂਚ ਕੀਤੀਆਂ ਜਾਣੀਆਂ। ਸੋ ਇਹ ਸੁਣਨ ਵਿੱਚ ਆ ਰਿਹਾ ਕਿ ਮਿਸਟਰ ਟਰੰਪ ਨੇ ਆਪਣੀ ਜਿਹੜੀ ਕੈਂਪੇਨ ਰੈਲੀ ਹੈ ਉਹ ਰੀਸਕੈਜੂਲ ਕਰ ਦਿੱਤੀ ਹੈ। ਬੜੀ ਹੈਰਾਨੀ ਦੀ ਗੱਲ ਹੈ, ਟਰੰਪ ਸਾਹਿਬ ਮੁੜ ਕੇ ਹੈ ਨਾ। ਬਿਲਕੁਲ। ਤਾਂ ਕਹਿੰਦੇ ਜਿਹੜੀ ਗੱਲ ਕਹਿੰਦੇ ਮੈਂ ਮੁੜਨਾ ਨਹੀਂ ਹੈ, ਕਿਉਂ ਸਿੱਧੇ ਜਾਂਦੇ ਆ, ਇਹ ਸਾਈਡ ਸ਼ੂਟ ਨੂੰ ਨਹੀਂ ਜਾਂਦੇ ਨਾ ਪਿੱਛੇ ਨੂੰ ਮੁੜਦੇ, ਸਿੱਧੇ ਜਾਣਗੇ। ਉਹ ਰੈਲੀ ਹੈ ਜੀ Juneteenth ਰੈਲੀ ਕਹਿੰਦੇ ਆ, 19 ਜੂਨ ਦੀ ਰੈਲੀ। 19 ਜਿਹੜਾ ਜੂਨ ਆ ਉਹਨੂੰ Juneteenth ਕਹਿੰਦੇ। ਉਹਦਾ ਰੀਜ਼ਨ ਇਹ ਹੈ ਕਿ ਉਸ ਦਿਨ ਸਲੇਵਰੀ US ਦੇ ਵਿੱਚ ਖਤਮ ਹੋਣ ਦਾ ਆਬਜ਼ਰਵੈਂਸ ਡੇ ਹੈ। ਉਸ ਦਿਨ ਆਬਜ਼ਰਵ ਕੀਤਾ ਜਾਂਦਾ ਵੀ ਹਾਂ ਅੱਜ ਸਲੇਵਰੀ ਖਤਮ ਹੋਈ ਸੀਗੀ। ਸੋ ਉਹ ਕਲੈਸ਼ ਕਰ ਗਈ। ਜਦੋਂ ਮੈਨੂੰ ਇੱਕ ਗੱਲ ਦੀ ਇਹ ਵੀ ਸਮਝ ਨਹੀਂ ਆਈ ਤਰਨ, ਜਦੋਂ ਜਿਨ੍ਹਾਂ ਨੇ ਸਕੈਜੂਲ ਕੀਤੀ ਉਹਨੂੰ ਕੀ ਉਦੋਂ ਉਸ ਵੇਲੇ ਪਤਾ ਨਹੀਂ ਸੀ, ਸਮਝ ਨਹੀਂ ਸੀ ਬਈ ਇਹ Juneteenth ਹੈ 19 ਜੂਨ ਹਰ ਸਾਲ ਮਨਾਇਆ ਜਾਂਦਾ। ਇਹ ਤਾਂ ਹੈ ਨਹੀਂ ਕਿ ਵੀ 25-27 ਸਾਲ ਦੀ 10 ਸਾਲ ਦੀ ਮਨਾਇਆ ਜਾਂਦਾ, ਉਸ ਵੇਲੇ ਉਹਨੇ ਸਕੈਜੂਲ ਕਰਤੀ ਹੈ। ਪਰ ਜੀ ਟਰੰਪ ਸਾਹਿਬ ਨੇ ਮੰਨ ਲਿਆ ਜੀ, ਹੁਣ ਉਹ ਅਗਲੇ ਦਿਨ ਹੋ ਰਹੀ ਹੈ ਜਿਹੜੀ ਰੈਲੀ ਹੋਣੀ ਸੀ। ਸਰ ਵੈਸੇ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਕਿਸੇ ਦੀ ਸਲਾਹ ਮੰਨ ਕਿਵੇਂ ਲਈ। ਸਹੀ ਗੱਲ ਹੈ ਜੀ, ਤੁਹਾਨੂੰ ਦੱਸਿਆ ਵੀ ਸਿੱਧੇ ਚੱਲਦੇ ਆ, ਸਾਈਡਵੇਜ਼ ਨਹੀਂ ਚੱਲਦੇ ਹੈ, ਚਾਹੇ ਕੁਝ ਹੋ ਜਾਵੇ। ਪਰ ਸ਼ਾਇਦ ਇਸ ਵੇਲੇ ਬਹੁਤ ਸਾਰਾ ਚੰਗੀ ਨੀਂਦ ਲੈ ਕੇ ਉੱਠੇ ਹੋਣ ਜੀ, ਤੇ ਮਿਡਨਾਈਟ ਨੂੰ ਇਹਨਾਂ ਨੇ ਕਿਸੇ ਨੇ ਸਲਾਹ ਨਾ ਦਿੱਤੀ ਹੋਵੇ, ਨਹੀਂ ਤਾਂ ਪਤਾ ਨਹੀਂ ਟਵਿੱਟਰ ਤੇ ਕੀ ਕੁਝ ਆਉਣਾ ਸੀਗਾ। ਜਾਰਜ ਫਲੋਇਡ ਦੀ ਡੈਥ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਤੇ ਉਸ ਤੋਂ ਬਾਅਦ ਬਲੈਕ ਲਾਈਵਸ ਮੈਟਰ ਇਹ ਮੁਹਿੰਮ ਨੇ ਜ਼ੋਰ ਫੜ ਲਿਆ। ਹਰ ਪਾਸੇ ਇਹੀ ਹੈਸ਼ਟੈਗ ਚੱਲ ਰਿਹਾ। ਸੁਣਨ ਵਿੱਚ ਇਹ ਆਇਆ ਕਿ ਜਦੋਂ ਤੋਂ ਇਸ ਪ੍ਰੋਟੈਸਟ ਚੱਲਦੇ ਪਏ ਆ US ਦੇ ਵਿੱਚ ਹੀ 2 ਬਲੈਕ ਮੈਨਸ ਦੀ ਡੈਥ ਹੋ ਚੁੱਕੀ ਹੈ। ਬਿਲਕੁਲ ਤਰਨ, ਇੱਕ ਤਾਂ ਹੋਈ ਹੈ ਡੈਥ ਕੈਲੀਫੋਰਨੀਆ ਜਿਹੜੇ ਪੇੜ ਨਾਲ ਲਟਕੇ ਹੋਏ ਮਿਲੇ। ਬਿਲਕੁਲ ਲਟਕੇ ਸੀਗੇ ਜੀ, ਉਹਨਾਂ ਦੀ ਡੈਥ ਹੋਈ ਹੈ। ਤੇ ਦੂਸਰਾ ਜਿਹੜੀ ਡੈਥ ਹੈਗੀ ਹੈ ਤਰਨ, ਉਹ ਅਟਲਾਂਟਾ ਦੇ ਵਿੱਚ ਹੈਗੀ ਹੈ। ਕੇਸ ਬੜਾ ਅਜੀਬ ਹੈ। ਵੈਸੇ ਮੈਂ ਵੀਡੀਓ ਵੀ ਦੇਖੀ ਹੈ ਤਰਨ। ਉਹ ਜਿਹੜੇ ਬੰਦੇ ਦੀ ਡੈਥ ਹੋਈ ਹੈ ਨਾ, ਉਹ ਰਿਪੋਰਟ ਇਹ ਆਈ ਹੈ ਕਿ ਉਹ ਡਰਾਈਵ ਥਰੂ ਦੇ ਵਿੱਚ ਸੁੱਤਾ ਪਿਆ ਸੀ ਆਪਣੀ ਕਾਰ ਦੇ ਵਿੱਚ। ਪੁਲਿਸ ਆਈ ਹੈ, ਪੁਲਿਸ ਤਕਰੀਬਨ ਉਹਦੇ ਨਾਲ 40 ਮਿੰਟ ਗੱਲਾਂ ਹੋਈਆਂ ਨੇ ਔਰ 40 ਮਿੰਟ ਜਿਹੜੀ ਗੱਲਬਾਤ ਹੁੰਦੀ ਰਹੀ ਹੈ, ਕੁਝ ਨਹੀਂ ਵਾਪਰਿਆ। ਪਰ ਫਿਰ ਆਲ ਆਫ ਅ ਸਡਨ ਐਸੀ ਗੱਲ ਹੋਈ ਹੈ ਕਿ ਉਹਨੂੰ ਜਾਂ ਤਾਂ ਬਾਹਰ ਕੱਢ ਲਿਆ ਗਿਆ ਕਾਰ ਚੋਂ, ਜਾਂ ਉਹ ਬਾਹਰ ਨਿਕਲਿਆ। ਕਿਸੇ ਹਿਸਾਬ ਦੇ ਵਿੱਚ ਉਹਨਾਂ ਦੀ ਆਪਸ ਵਿੱਚ ਝੜਪ ਹੋਈ ਹੈ। ਝੜਪ ਦੇ ਵਿੱਚ ਪੁਲਿਸ ਵਾਲਿਆਂ ਨੇ ਉਹਨੂੰ ਢਾਹ ਲਿਆ। ਜਦੋਂ ਢਾਹ ਲਿਆ, ਥੱਲੇ ਡਿੱਗਿਆ ਹੋਇਆ, ਤਾਂ ਉਹਦੇ ਕੋਲੇ ਜਿਹੜੇ ਪੁਲਿਸ ਵਾਲੇ ਦੀ ਟੇਜ਼ਰ ਗਨ ਹੈਗੀ ਆ ਉਹ ਹੱਥ 'ਚ ਆ ਜਾਂਦੀ ਆ।
ਨਾਲੇ ਹੱਥ ਜਾਂਦੀ ਹੈ, ਨਾਲੇ ਉਹ ਤਕੜਾ ਛੁਡਾ ਕੇ ਭੱਜ ਲੈਂਦਾ। ਜਦੋਂ ਅੱਗੇ ਭੱਜਦਾ ਤਾਂ ਇੱਕ ਪੁਲਿਸ ਵਾਲਾ ਉਹਦੇ ਮਗਰ ਭੱਜਦਾ, ਤਾਂ ਉਹ ਤੇ ਉਹ ਟੇਜ਼ਰ ਗਨ ਦਾ ਫਾਇਰ ਕਰਦਾ, ਜਿਹਦੇ ਨਾਲ ਪੁਲਿਸ ਵਾਲਾ ਉੱਤੇ ਅਸਰ ਹੁੰਦਾ। ਪਰ ਜਿਹੜਾ ਇੱਕ ਨਾਲ ਉਹਦੇ ਹੋਰ ਸਾਥੀ ਹੈ ਪੁਲਿਸ ਵਾਲਾ, ਉਹ ਉਹਦੇ ਭੱਜੇ ਜਾਂਦੀ, ਪਿੱਠ 'ਚ ਗੋਲੀ ਮਾਰਦਾ, ਉਹ ਬੰਦਾ ਉੱਥੇ ਡਿੱਗ ਜਾਂਦਾ, ਉਹਦੀ ਡੈਥ ਹੋ ਜਾਂਦੀ ਹੈ। ਬੜੀ ਮੰਦਭਾਗੀ ਘਟਨਾ ਜੀ। ਮੈਂ ਉਹਦੇ ਲਾਇਰ ਦੀਆਂ ਗੱਲਾਂ ਸੁਣਦਾ ਸੀਗਾ। ਲਾਇਰ ਨੇ ਇਹ ਗੱਲ ਕਹੀ ਹੈ, ਦਲੀਲ ਇਹ ਹੈ ਬਈ ਜਿਹੜਾ ਹਥਿਆਰ ਟੇਜ਼ਰ ਗਨ ਹੈਗੀ ਆ, ਉਹ ਜਾਨਲੇਵਾ ਨਹੀਂ ਹੈ। ਸੋ ਜੇ ਉਹ ਜਾਨਲੇਵਾ ਨਹੀਂ ਹੈ ਤਾਂ ਪੁਲਿਸ ਜੇ ਵਰਤਦੀ ਹੈ ਤਾਂ ਜਾਨਲੇਵਾ ਨਹੀਂ ਹੈ, ਤੇ ਜੇ ਉਹਨੇ ਵਰਤੀ ਤਾਂ ਜਾਨਲੇਵਾ ਕਿਵੇਂ ਹੋ ਗਿਆ? ਤੇ ਉਹਦੇ ਤੇ ਗੋਲੀ ਕਿਉਂ ਮਾਰੀ ਗਈ? ਉਹਦੀ ਡੈਥ ਹੋ ਗਈ ਹੈ ਜੀ। ਔਰ ਉਹਦੇ ਪਿੱਛੇ ਅਟਲਾਂਟਾ ਦੇ ਵਿੱਚ ਬਹੁਤ ਰੌਲਾ ਪਿਆ ਹੈ ਜੀ। ਉਸ ਜਿਹੜੇ ਏਰੀਆ 'ਚ ਹੋਈ ਸੀ, ਉਸੇ ਵੈਂਡੀਜ਼ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਹੈ, ਲੋਕਾਂ ਨੇ ਗੁੱਸੇ 'ਚ ਆਏ ਨੇ, ਤੈਸ਼ 'ਚ ਆਏ ਨੇ, ਵੈਂਡੀਜ਼ ਨੂੰ ਅੱਗ ਲਾ ਦਿੱਤੀ ਹੈ, ਸੜ ਗਈ ਹੈ ਜੀ ਉਹ ਸਾਰੀ ਦੀ ਸਾਰੀ ਬਿਲਡਿੰਗ। ਹਲੇ ਦੇਵਨੇਤ ਨਾਲ ਉਹਦੇ ਨੇੜੇ ਇੱਕ ਗੈਸ ਸਟੇਸ਼ਨ ਸੀਗਾ, ਜਿਹਨੂੰ ਕਿ ਇਹ ਕੰਮ ਨਹੀਂ ਕੀਤਾ ਲੋਕਾਂ ਨੇ, ਕੋਈ ਅਜਿਹੀ ਘਟਨਾ ਨਹੀਂ ਵਾਪਰੀ। ਪਰ ਹੁਣ ਜਿਹਨੂੰ ਵੈਂਡੀਜ਼ ਨੂੰ ਅੱਗ ਲਾਈ ਸੀ, ਉਹਦੇ ਰਿਕਾਰਡਿੰਗ ਜਿਹੜੇ ਵੀਡੀਓ ਕੈਮਰੇਜ਼ ਵਗੈਰਾ ਆਸੇ ਪਾਸੇ ਸੀਗੇ, ਉਹਦੇ ਨਾਲ ਦੇਖ ਕੇ ਪੁਲਿਸ ਨੇ ਕੁਝ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ। ਪਰ ਹੁਣ ਗੱਲ ਇਹ ਆ ਜਾਂਦੀ ਹੈ ਕਿ ਇੰਨੀਆਂ ਗੱਲਾਂ ਹੋਣ ਕਰਕੇ ਪੁਲਿਸ ਨੂੰ ਪਤਾ ਵੀ ਹਰ ਥਾਂ ਤੇ ਕੈਮਰਾ, ਪੁਲਿਸ ਨੂੰ ਇਸ ਗੱਲ 'ਚ ਬਹੁਤ ਧਿਆਨ ਨਾਲ ਸੰਭਲ ਕੇ ਚੱਲਣਾ ਚਾਹੀਦਾ ਹੈ। ਔਰ ਜਿਹੜੇ ਉਹ ਦੋਨੇ ਅਫਸਰਸ ਇਨਵੋਲਵ ਸੀਗੇ ਪੁਲਿਸ ਦੇ, ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਵਿਦ ਪੇ, ਉਹਨਾਂ ਦਾ ਡਿਪਾਰਟਮੈਂਟ ਚੇਂਜ ਕਰ ਦਿੱਤਾ ਗਿਆ। ਤੇ ਜਿਹੜੇ ਉੱਥੋਂ ਦਾ ਪੁਲਿਸ ਚੀਫ ਹੈ ਜੀ, ਕੱਲ ਉਹ ਅਸਤੀਫਾ ਦੇ ਗਿਆ, ਉਹਨੂੰ ਅਸਤੀਫਾ ਦੇਣਾ ਪੈ ਗਿਆ ਮੈਨੂੰ ਲੱਗਦਾ। ਤੇ ਜਿਹੜੇ ਉੱਥੋਂ ਦੀ ਮੇਅਰ ਆ, ਉਹਦੇ ਵੀ ਬੜੇ ਸਖਤ ਸ਼ਬਦ ਨੇ। ਮੇਅਰ ਵੀ ਉਹ ਉੱਥੋਂ ਦੀ ਬਲੈਕ ਕਮਿਊਨਿਟੀ ਨਾਲ ਸੰਬੰਧਿਤ ਜੀ। ਜਦੋਂ ਜਾਰਜ ਫਲੋਇਡ ਦੀ ਡੈਥ ਹੋਈ ਸੀਗੀ ਤਾਂ ਉਹਦੀਆਂ ਸਟੇਟਮੈਂਟਸ ਬੜੀਆਂ ਆਉਂਦੀਆਂ ਸੀ, ਬਹੁਤ ਵਧੀਆ ਗੱਲ ਕਰਦੀ ਹੈ। ਉਹਦੀ ਸਟੇਟਮੈਂਟ ਵੀ ਇਸ ਦੇ ਬਾਰੇ ਆਈ ਜੀ, ਜਿਹੜੀ ਕਿ ਉਹਨੇ ਇਸ ਮੰਦਭਾਗੀ ਘਟਨਾ ਬਾਰੇ ਜ਼ਿਕਰ ਕੀਤਾ ਜੀ। ਜਦੋਂ ਦੇ ਇਹ ਪ੍ਰੋਟੈਸਟ ਸ਼ੁਰੂ ਹੋਏ ਨੇ, ਇਹ ਨਹੀਂ ਹੈ ਕਿ ਸਿਰਫ ਬਲੈਕ ਕਮਿਊਨਿਟੀ ਦੇ ਲੋਕ ਹੀ ਇਸ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਇਹਦੇ ਵਿੱਚ ਵਾਈਟ ਕਮਿਊਨਿਟੀ ਦੇ ਲੋਕ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ, ਤੇ ਇਹਦੇ ਵਿੱਚ ਹਰ ਕੋਈ ਜ਼ਖਮੀ ਵੀ ਹੋ ਰਿਹਾ ਵਾ। ਸਰ, ਅਸੀਂ ਇੱਕ ਪਿਛਲੇ ਜੇ ਨਿਊਜ਼ ਡਿਸਕਸ ਕੀਤੀ ਸੀ ਕਿ ਜਦੋਂ ਪ੍ਰੋਟੈਸਟ ਨਿਕਲ ਰਿਹਾ ਸੀ ਜਾਰਜ ਫਲੋਇਡ ਦੇ ਅੰਤਿਮ ਸੰਸਕਾਰ ਦੇ ਵੇਲੇ, ਤਾਂ ਉੱਥੇ ਕੁਝ ਗੋਰਿਆਂ ਦੇ ਵੱਲੋਂ ਟੌਂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਅੱਜ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਬਲੈਕ ਕਮਿਊਨਿਟੀ ਦੇ ਪ੍ਰੋਟੈਸਟ ਦੇ ਵਿੱਚ ਇੱਕ ਗੋਰਾ ਜ਼ਖਮੀ ਹੋ ਗਿਆ, ਜਿਹਨੂੰ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਸ਼ੋਲਡਰ ਉੱਤੇ ਲਿਫਟ ਕਰਕੇ ਬਲੈਕ ਕਮਿਊਨਿਟੀ ਦੇ ਲੋਕ ਲੈ ਕੇ ਜਾ ਰਹੇ ਨੇ ਤਾਂ ਕਿ ਉਹਦੀ ਲਾਈਫ ਸੇਵ ਕਰ ਸਕੀਏ, ਕਿਉਂਕਿ ਉਹ ਇੰਜਰਡ ਹੋ ਗਿਆ ਸੀ। ਤਰਨ, ਜਿਹੜੀਆਂ ਮਾਈਨੋਰਿਟੀਜ਼ ਨੂੰ ਹੱਕ ਮਿਲਦੇ ਆ, ਇਹ ਠੀਕ ਆ, ਮਾਈਨੋਰਿਟੀਜ਼ ਰੌਲਾ ਪਾਉਂਦੀਆਂ ਨੇ, ਸਾਨੂੰ ਹੱਕ ਚਾਹੀਦੇ ਨੇ, ਪਰ ਹੱਕ ਲੈਣਾ ਕਿਤੋਂ? ਹੱਕ ਮੈਜੋਰਿਟੀ ਤੋਂ ਲੈਣਾ ਹੁੰਦਾ। ਉਸ ਮੈਜੋਰਿਟੀ ਦੇ ਵਿੱਚ ਐਸੇ ਲੋਕ ਹੁੰਦੇ ਨੇ ਜਿਹੜੇ ਮਾਈਨੋਰਿਟੀ ਦੇ ਹੱਕ ਵਿੱਚ ਹੁੰਦੇ ਨੇ। ਉਹਨਾਂ ਗੱਲਾਂ ਕਰਕੇ ਹੋਈ ਜਿਹੜੇ ਹੱਕ ਉਹਨਾਂ ਨੂੰ ਮਿਲਣੇ ਸੌਖੇ ਹੋ ਜਾਂਦੇ ਨੇ। ਬਹੁਤ ਤੁਸੀਂ ਅੱਜ ਜਿੰਨੇ ਵੀ ਮੁਜ਼ਾਹਰੇ ਆਪਾਂ ਦੇਖੇ ਆ ਆਲ ਓਵਰ ਦਾ ਵਰਲਡ, ਮੈਂ ਥੋੜੀ ਜਿਹੀ ਗੱਲ ਵਿਚਾਲੇ ਹੋਰ ਕਰਨ ਜਾਵਾਂ, ਆਪਾਂ ਇੱਕ ਵੀ ਮੁਜ਼ਾਹਰਾ ਇਸ ਦੇ ਹੱਕ ਵਿੱਚ ਇੰਡੀਆ 'ਚ ਨਹੀਂ ਦੇਖਿਆ। ਜਿਹੜੇ ਵੀ ਮੁਜ਼ਾਹਰੇ ਦੇਖੇ ਨੇ, ਉਹਦੇ ਤੁਸੀਂ ਹਰ ਐਥਨਿਕ ਕਮਿਊਨਿਟੀ ਇਨਕਲੂਡਿੰਗ ਜਿਹਨੂੰ ਕਾਕੇਸ਼ੀਅਨਸ ਕਹਿੰਦੇ, ਜਿਹਨਾਂ ਨੂੰ ਵਾਈਟਸ ਕਹਿੰਦੇ ਆ, ਉਹਨਾਂ ਨੇ ਬਰਾਬਰ ਵੱਧ ਚੜ੍ਹ ਕੇ ਹਿੱਸਾ ਲਿਆ। ਜਿਹੜੇ ਲੋਕ ਮਾਨਵਤਾ ਦੀ ਗੱਲ ਕਰਦੇ, ਮਨੁੱਖਤਾ ਦੀ ਗੱਲ ਕਰਦੇ ਆ, ਉਹ ਜ਼ਰੂਰ ਅਜਿਹੀਆਂ ਗੱਲਾਂ ਦੇ ਵਿੱਚ ਸ਼ਾਮਲ ਹੋਣਗੇ। ਕੁਝ ਐਸੇ ਲੋਕ ਸਿਰਫ ਆ ਜਿਹੜੇ ਉਹ ਨਹੀਂ ਹੋਣਗੇ, ਉਹ ਅਜਿਹੇ ਲੋਕ ਨੇ ਜਿਨ੍ਹਾਂ ਨੇ ਕਿ ਮੌਕ ਕੀਤਾ ਉਹਦੀ ਜਾਰਜ ਫਲੋਇਡ ਦੀ ਡੈਥ ਨੂੰ ਬਿਲਕੁਲ ਗੋਡਾ ਇੱਕ ਬੰਦੇ ਦੇ ਉੱਤੇ ਰੱਖ ਕੇ ਕੀਤਾ। ਇਹੋ ਜਿਹੇ ਵੀ ਹੁੰਦੇ ਆ, ਪਰ ਚੰਗੇ ਲੋਕ ਬਹੁਤ ਨੇ। ਔਰ ਜਿਹੜੀ ਇਹ ਘਟਨਾ ਵਾਪਰੀ ਲੰਡਨ ਦੇ ਵਿੱਚ ਹੋਈ ਹੈ, ਇਹ ਜਿਹੜਾ ਕਾਕੇਸ਼ੀਅਨ ਦਾ ਨਸਲ ਦਾ ਬੰਦਾ ਜੀ, ਗੋਰਾ, ਉਹਦੇ ਸੱਟ ਵੱਜੀ ਹੈ, ਤੇ ਜਿਹੜਾ ਉੱਥੇ ਐਫਰੋ ਅਮਰੀਕਨ ਹੈਗਾ ਬੰਦਾ, ਉਹਨੂੰ ਚੱਕ ਕੇ ਬਾਹਰ ਲੈ ਆਇਆ ਜੀ, ਉੱਥੋਂ ਚੱਕ ਕੇ ਪਰੇ ਲੈ ਕੇ ਜਾਂਦਾ। ਔਰ ਬਾਅਦ ਚ ਮੈਂ ਉਹਦੀ CNN ਤੇ ਇੰਟਰਵਿਊ ਸੁਣੀ ਹੈ ਜੀ, ਉਹ ਕਹਿੰਦਾ ਵੀ ਮੇਰਾ ਬਣਦਾ ਹੀ ਇਹ ਸੀਗਾ, ਕਹਿੰਦਾ ਮੈਂ ਚਾਹੁੰਦਾ ਸੀਗਾ ਵੀ ਇਹ ਬੰਦੇ ਦਾ ਕੀ ਕਸੂਰ ਹੈਗਾ, ਉਹਦੇ ਸੱਟ ਵੱਜ ਗਈ ਹੈ, ਤੇ ਜੇ ਉਹ ਉੱਥੇ ਪਿਆ ਰਹਿ ਜਾਂਦਾ, ਜੇ ਕਿਤੇ ਉਹਦਾ ਨੁਕਸਾਨ ਜ਼ਿਆਦਾ ਹੋ ਜਾਂਦਾ, ਤੇ ਜਿਹੜਾ ਕਹਿੰਦਾ ਐਕਚੁਅਲ ਕਾਜ਼ ਸੀਗਾ, ਐਕਚੁਅਲ ਇਸ਼ੂ ਸੀਗਾ, ਉਹ ਇਸ਼ੂ ਖਤਮ ਹੋ ਜਾਣਾ ਸੀਗਾ। ਔਰ ਉਹਦੀ ਸਿਆਸਤ ਸੀਗੀ ਕਿ ਉਹ ਬੰਦੇ ਨੂੰ ਪਰੇ ਲੈ ਗਿਆ ਤੇ ਉਹ ਬੰਦੇ ਦਾ ਬਚਾਅ ਹੋ ਗਿਆ। ਬਿਲਕੁਲ ਜੀ। ਸਰ, ਉੱਥੇ ਦੂਜੇ ਪਾਸੇ ਇੱਕ ਵਾਈਟ ਕਪਲ ਨੇ ਇੱਕ ਪਰਸਨ ਦੇ ਅਗੇਂਸਟ ਪੁਲਿਸ ਨੂੰ ਵੀ ਕਾਲ ਕੀਤੀ ਹੈ, ਕਿਉਂਕਿ ਉਹਨਾਂ ਨੇ ਉਹਦੀ ਜਿਹੜੀ ਵਾਲ ਆ ਘਰ ਦੀ, ਉਹਦੇ ਉੱਤੇ ਲਿਖਿਆ ਹੋਇਆ ਸੀ #Black Lives Matter। ਸੋ ਐਨੀ ਇੱਕ ਗੱਲ ਦੇ ਪਿੱਛੇ ਜਿਹੜੇ ਕੌਪਸ ਬੁਲਾਏ ਗਏ। ਉਹ ਜੀ ਬੰਦਾ ਜਿਹਨੇ ਬਲੈਕ ਲਾਈਵਜ਼ ਮੈਟਰ ਲਿਖਿਆ, ਐਕਚੁਅਲੀ ਉਹ ਮੇਰੇ ਖਿਆਲ ਬਲੈਕ ਕਮਿਊਨਿਟੀ ਨਾਲ ਸੰਬੰਧ ਨਹੀਂ ਹੈ ਜੀ। ਉਹ ਜਿੱਥੇ ਰਹਿੰਦਾ ਉਹ ਤਕਰੀਬਨ 10 ਸਾਲ ਦਾ ਉਸ ਏਰੀਏ 'ਚ ਰਹਿੰਦਾ। ਤੇ ਜਿਹੜੀ ਲੇਡੀ ਨੇ ਇਤਰਾਜ਼ ਕੀਤਾ, ਲੇਡੀਜ਼ ਜਾਣਦੀਆਂ ਹੋਣਗੀਆਂ, ਇਸ ਇੱਕ ਸਕਿਨ ਕੇਅਰ ਹੈਗੀ ਹੈ ਜੀ ਕੰਪਨੀ ਆ ਲਾਫੇਸ,
ਉਹਨੂੰ ਅਖੀਰ ਉੱਥੋਂ ਅਸਤੀਫਾ ਦੇਣਾ ਪੈ ਗਿਆ ਜੀ। ਲੇਡੀਜ਼ ਨੂੰ ਪਤਾ ਹੋਏਗਾ ਕੈਸੀ ਕੰਪਨੀ ਹੈ ਜੀ। ਉਹਦੀ ਇਹ ਅਫਸਰ ਸੀਗੀ ਜੀ, ਤੇ ਉਹਨੇ ਇਸ ਬੰਦਾ ਆਪਣੀ ਕੰਧ ਤੇ ਲਿਖ ਰਿਹਾ ਤਰਨ, ਉਹਦੀ ਕੰਧ ਤੇ ਨਹੀਂ ਲਿਖ ਰਿਹਾ, ਉਹ ਆਪਣੀ ਕੰਧ ਤੇ ਲਿਖ ਰਿਹਾ ਬਲੈਕ ਲਾਈਵਸ ਮੈਟਰ, ਔਰ ਉਹਨੂੰ ਜਾ ਕੇ ਪੁੱਛਦੀ ਹੈ ਵੀ ਤੂੰ ਪ੍ਰਾਈਵੇਟ ਪ੍ਰਾਪਰਟੀ ਤੇ ਕਿਉਂ ਲਿਖ ਰਿਹਾ। ਉਹ ਕਹਿੰਦਾ, ਉਹ ਜਵਾਬ ਨਹੀਂ ਦਿੰਦਾ ਹੈ, ਉਹਨੂੰ ਪਤਾ ਮੈਂ ਆਪਦਾ ਕੰਮ ਕਰ ਰਿਹਾ। ਉਹ ਅਖੀਰ ਉਹਨੂੰ ਕਹਿੰਦੀ ਹੈ ਤੈਨੂੰ ਪਤਾ ਤੂੰ ਕਿਹਦੇ ਘਰ ਤੇ ਲਿਖ ਰਿਹਾ। ਉਹ ਕਹਿੰਦਾ ਵੀ ਮੈਂ ਤਾਂ ਪਤਾ ਨਹੀਂ ਕਿਹਦੇ ਘਰ ਤੇ ਲਿਖਦਾ, ਵੀ ਤੂੰ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਤੂੰ ਪੁਲਿਸ ਨੂੰ ਸੱਦ। ਤੇ ਅਖੀਰ ਜੀ ਤੂੰ ਤੋਂ ਮੈਂ ਦੇ ਵਿੱਚ ਉਹ ਬੰਦੇ ਨੇ ਸਾਰੀ ਗੱਲਬਾਤ ਆਪਦੇ ਕੈਮਰੇ ਤੇ ਰਿਕਾਰਡ ਕੀਤੀ ਆ। ਇਹ ਵੈਸੇ ਵਾਇਰਲ ਹੋਈ ਹੈ, ਜੇ ਕਿਸੇ ਨੇ ਦੇਖਣੀ ਹੈ ਜੀ ਦੇਖ ਸਕਦਾ। ਅਖੀਰ ਜੀ ਉੱਥੇ ਪੁਲਿਸ ਆਉਂਦੀ ਹੈ, ਤੇ ਪੁਲਿਸ ਉਹ ਬੰਦੇ ਨੂੰ ਦੇਖ ਕੇ, ਕਿਉਂ ਪੁਲਿਸ ਬੰਦੇ ਨੂੰ ਜਾਣਦੀ, ਉਹ ਬੜੀ ਦੇਰ ਦਾ ਰਹਿੰਦਾ ਉੱਥੇ, ਉਹਨੂੰ ਦੇਖ ਕੇ ਕਾਰ ਦੇ ਵਿੱਚੋਂ ਨਹੀਂ ਉਤਰਦੇ, ਉਹ ਵਾਪਸ ਚਲੇ ਜਾਂਦੇ ਆ। ਤੇ ਖਮਿਆਜ਼ਾ ਜਿਹੜੀ ਉਹ ਖਾਮਖਾ ਪੁੱਛਣ ਲੱਗੀ ਹੋਈ ਸੀ ਜੀ, ਉਹਨੂੰ ਆਪਦੀ ਜੌਬ ਤੋਂ ਹਟਾਉਣਾ ਪਿਆ ਜੀ। ਬਿਲਕੁਲ ਜੀ। ਤੇ ਐਵੇਂ ਦੀ ਹੀ ਇੱਕ ਖਬਰ ਸਰ ਸਾਡੇ ਇੱਥੇ ਵੀ ਸਾਹਮਣੇ ਆਈ ਹੈ, ਜਿੱਥੇ ਕਿ ਕਹਿੰਦੇ ਕਿ ਕੈਲੇਡੋਨੀਆ ਦੀ ਇੱਕ ਸ਼ਾਪ ਦੇ ਉੱਤੇ ਰੇਸ਼ੀਅਸ ਲਿਖੇ ਹੋਏ ਸੀ, ਜਿਨ੍ਹਾਂ ਨੂੰ ਕਿ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਸ ਸ਼ਾਪ ਦੇ ਮਾਲਕ ਨੇ। ਤਰਨ ਇਹ ਬੜਾ ਇਹਨੂੰ ਕੀ ਕਹਿ ਸਕਦੇ ਆਪਾਂ, ਬੜੀ ਮਾੜੀ ਗੱਲ ਹੈ ਜੀ। ਇਹ ਕੈਲੇਡੋਨੀਆ ਜੀ ਸਾਡੇ ਹੈਮਿਲਟਨ ਦੇ ਕੋਲੇ ਆ, ਟੋਰਾਂਟੋ ਤੋਂ ਵੈਸਟ ਨੂੰ ਹੈ ਜੀ, ਤਕਰੀਬਨ ਸਵਾ ਘੰਟਾ ਲੱਗਦਾ ਉੱਥੇ ਜਾਣ ਨੂੰ। ਇੱਕ ਰਿਜ਼ਰਵ ਏਰੀਆ ਜੀ, ਜਿਹਨੂੰ ਅਸੀਂ ਜਿਹੜੇ ਇੱਥੇ ਨੇਟਿਵ ਇੰਡੀਅਨ ਦਾ ਉਹਨਾਂ ਦਾ ਰਿਜ਼ਰਵ ਏਰੀਆ ਕੈਲੇਡੋਨੀਆ। ਉੱਥੇ ਇੱਕ ਸ਼ਾਪ ਹੈ ਜੀ, ਉਹ ਸ਼ਾਪ ਵੈਸੇ ਰਿਜ਼ਰਵ ਏਰੀਆ 'ਚ ਨੇ, ਉਹਦੇ ਕੋਲੇ ਆ। ਉਹ ਸ਼ਾਪ ਦੇ ਉੱਤੇ ਲੇਡੀ ਨੇ ਜਿਹੜਾ ਉਹਦਾ ਸਾਈਨ ਹੈ, ਉਹ ਸਾਈਨ ਦੇ ਉੱਤੇ ਇੱਕ ਰੇਸ਼ੀਅਲ ਸਲਰ ਲਿਖਿਆ ਹੈ, ਜਿਹੜੀ ਕਿ ਜੋ ਐਫਰੋ ਅਮਰੀਕਨਸ ਲੋਕ ਹੈਗੇ ਆ ਉਹਨਾਂ ਵਾਸਤੇ ਵਰਤਿਆ ਜਾਂਦਾ। ਉਹ ਜਿਹੜਾ ਸ਼ਬਦ ਵਰਤਦੇ ਜੀ ਯਾਰਡ ਏਪ ਕਹਿੰਦੇ ਆ। ਯਾਰਡ ਏਪ, ਯਾਰਡ ਏਪ ਇਹ ਕੀ ਹੁੰਦਾ ਸਰ? ਹਾਂਜੀ, ਯਾਰਡ ਏਪ ਤਰਨ ਕਿਸੇ ਕਾਲੇ ਨਸਲ ਦੇ ਬੰਦੇ ਵਾਸਤੇ, ਜਿਹੜਾ ਕਿ ਵਿਹਲੜ ਹੋਵੇ, ਜਿਹੜਾ ਕਿ ਨਸ਼ਈ ਹੋਵੇ, ਜਿਹੜਾ ਕੁਝ ਇਹੋ ਜਿਹੇ ਕੰਮ ਕਰਦਾ ਹੋਵੇ, ਕਿਸੇ ਕੰਮ ਦਾ ਨਾ ਹੋਵੇ, ਉਹਦੇ ਵਾਸਤੇ ਵਰਤਿਆ ਜਾਂਦਾ। ਤੇ ਅਖੀਰ ਅਸਲ ਇਹ ਕਾਲੀ ਨਸਲ ਵਾਸਤੇ ਵਰਤਿਆ ਜਾਂਦਾ, ਜਿਹੜਾ ਕਿ ਬਹੁਤ ਡਰੋਗੇਟਰੀ ਰਿਮਾਰਕਸ ਹੈਗੇ ਨੇ, ਜਿਹੜੇ ਕਿ ਇਹ ਅਨਐਕਸੈਪਟੇਬਲ ਹੈ। ਪਰ ਉਹ ਲੇਡੀ ਨੇ ਆਪਦਾ ਜਿਹੜਾ ਸਾਈਨ ਹੈ ਉਹ ਬਦਲਣ ਤੋਂ ਜਵਾਬ ਦਿੱਤਾ, ਵਿਚ ਇਜ਼ ਨਾਟ ਅ ਰਾਈਟ ਥਿੰਗ ਟੂ ਡੂ। ਕਿਸੇ ਦੀ ਨਸਲ ਬਾਰੇ ਦੇਖੋ, ਨਸਲ ਤਾਂ ਤਰਨ ਇਉਂ ਹੈ, ਬੰਦਾ ਪੈਦਾ ਹੋ ਗਿਆ, ਉਹਦਾ ਕੀ ਕਸੂਰ ਹੈ ਕਿ ਉਹ ਕਿਸੇ ਗਰੀਬ ਘਰ ਚ ਪੈਦਾ ਹੋਇਆ, ਜਾਂ ਕਿਸੇ ਅਮੀਰ ਚ ਹੋਇਆ, ਜਾਂ ਕਿਸੇ ਜ਼ਾਤ ਪਾਤ ਦੇ ਵਿੱਚ ਹੋਇਆ, ਤੇ ਉਸ ਬੇਸ ਦੇ ਉੱਤੇ ਕਿਸੇ ਦੇ ਨਾਲ ਵਿਤਕਰਾ ਕਰਨਾ ਬਹੁਤ ਮਾੜੀ ਗੱਲ ਹੈਗੀ ਹੈ। ਤੇ ਉਹ ਲੇਡੀ ਇਸ ਗੱਲ ਨੂੰ ਬਦਲਣ ਤੋਂ ਅਜੇ ਤੱਕ ਤਿਆਰ ਨਹੀਂ ਹੈ ਜੀ। ਆਉਣ ਵਾਲੇ ਸਮੇਂ 'ਚ ਦੇਖੋ ਕੀ ਹੁੰਦਾ। ਕੋਰੋਨਾ ਵਾਇਰਸ ਫੈਲਾਉਣ ਦੇ ਵੱਖ-ਵੱਖ ਮੁਲਕ ਇੱਕ ਦੂਜੇ ਦੇ ਉੱਤੇ ਠੀਕਰੇ ਜਿਹੜੇ ਆ ਭੰਨੀ ਜਾਂਦੇ ਆ, ਹਾਲਾਂਕਿ ਖੁਦ ਕੋਈ ਸਖਤ ਐਕਸ਼ਨ ਨਹੀਂ ਲੈ ਰਹੇ। ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਕਹਿੰਦਾ ਸੀ ਕਿ ਯੂਐਸ ਪਾਰ ਤੋਂ, ਬਾਰਡਰ ਪਾਰ ਤੋਂ ਕੋਰੋਨਾ ਵਾਇਰਸ ਦੇ ਕੇਸਸ ਵੱਧ ਰਿਹਾ, ਤਾਂ ਕਰਕੇ ਯੂਐਸ ਬਾਰਡਰ ਬੰਦ ਕੀਤਾ ਜਾ ਰਿਹਾ। ਹੁਣ ਯੂਐਸ ਖਾਸ ਤੌਰ ਤੇ ਵਾਈਟ ਹਾਊਸ ਦਾ ਬਿਆਨ ਆਇਆ ਕਿ ਯੂਐਸ ਦੇ ਵਿੱਚ ਜੋ ਕੋਰੋਨਾ ਵਾਇਰਸ ਫੈਲ ਰਿਹਾ, ਬਹੁਤੇ ਕੇਸਸ ਜਿਹੜੇ ਨੇ ਉਹ ਮੈਕਸੀਕੋ ਤੋਂ ਆ ਰਹੇ ਨੇ। ਦੇਖੋ, ਤੁਸੀਂ ਭਾਂਡਾ ਭੰਨਣ ਦੀ ਗੱਲ ਪਹਿਲਾਂ ਹੀ ਕਰਤੀ ਹੈ। ਯੂਐਸ ਹੁਣ ਕੋਈ ਨਾ ਕੋਈ ਬਹਾਨਾ ਭਾਲਦਾ, ਸਾਨੂੰ ਤਾਂ ਕਹਿ ਨਹੀਂ ਸਕਦਾ ਇਹ ਸਾਡੇ ਜੋ ਉਧਰ ਕੇਸ ਜਾ ਰਹੇ, ਇਸ ਆਪਦਾ ਕੰਟਰੋਲ ਕੀਤਾ ਹੈ। ਅੱਛਾ, ਹੋਰ ਬਾਰਡਰ ਲੱਗਦਾ ਕਿਹਦੇ ਨਾਲ? ਮੈਕਸੀਕੋ ਦੇ ਨਾਲ ਲੱਗਦਾ। ਮੈਕਸੀਕਨਸ ਇੱਧਰ ਆਉਣ ਦੀ ਕੋਸ਼ਿਸ਼ ਕਰਦੇ ਆ, ਜਾਇਜ਼ ਢੰਗ ਨਾਲ, ਨਜਾਇਜ਼ ਢੰਗ ਨਾਲ। ਹੋਰ ਲੋਕੀ ਵੀ ਯੂਐਸ ਚ ਵੜਨ ਵਾਸਤੇ ਮੈਕਸੀਕੋ ਦੇ ਬਾਰਡਰ ਨੂੰ ਵਰਤਦੇ ਹੈਗੇ ਆ। ਹੁਣ ਜਿਹੜੇ ਕਹਿੰਦੇ ਬਾਰਡਰ ਦੇ ਨਾਲ ਦਾ ਏਰੀਆ, ਉੱਥੇ ਜਿਹੜੀ ਹਿਸਪੈਨਿਕ ਕਮਿਊਨਿਟੀ ਹੈਗੀ ਹੈ, ਉਹਦੇ ਵਿੱਚ ਕਹਿੰਦੇ ਆ ਜੀ ਜਿਹੜਾ ਕੋਵਿਡ-19 ਹੈ ਉਹਦਾ ਅਸਰ ਜ਼ਿਆਦਾ ਹੋਇਆ ਤੇ ਬਲੇਮ ਕਰ ਰਿਹਾ ਜੀ ਮੈਕਸੀਕੋ ਨੂੰ। ਤੇ ਟਰੰਪ ਸਾਹਿਬ ਨੇ ਤਾਂ ਉੱਥੇ ਕੰਧ ਵੀ ਕੱਢੀ ਹੋਈ ਹੈ, ਬੜੀ ਸਖਤੀ ਕੀਤੀ ਹੋਈ ਹੈ। ਹੁਣ ਪਤਾ ਨਹੀਂ ਉਹ ਕੰਧ ਕੰਮ ਕਰ ਰਹੀ ਹੈ ਜਾਂ ਕਿ ਕੰਧ ਹੁਣ ਤੱਕ ਹੋਈ ਨਹੀਂ। ਅਗਲੀ ਸ਼ਾਇਦ ਅਗਲੀ ਇਲੈਕਸ਼ਨ 'ਚ ਵੀ ਇਹ ਮੁੱਦਾ ਫਿਰ ਰੱਖਣਗੇ, ਮੈਂ ਕੰਧ ਕੱਢਣੀ ਹੈ। ਜੇ ਕੰਧ ਕੱਢ ਦਿੱਤੀ ਹੈ ਤਾਂ ਆਉਂਦੇ ਕਿੱਥੋਂ ਆ? ਨਹੀਂ, ਹੁਣ ਤੱਕ ਕੰਧ ਨਿਕਲੀ ਕਿਉਂ ਨਹੀਂ? ਤੇ ਵਾਈ ਬਲੇਮ ਮੈਕਸੀਕਨਸ ਆਉਂਦੇ। ਬਿਲਕੁਲ ਜੀ। ਤੇ ਸਰ ਉਧਰੋਂ ਕਿਹਾ ਜਾ ਰਿਹਾ ਕਿ ਵੌਇਸ ਆਫ ਅਮਰੀਕਾ ਦੀ ਡਿਪਟੀ ਡਾਇਰੈਕਟਰ ਨੇ ਵੀ ਰਿਜ਼ਾਈਨ ਦੇ ਦਿੱਤਾ। ਉਹਨਾਂ ਦਾ ਰਿਜ਼ਾਈਨ ਅੱਜ ਕੱਲ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਆਇਆ ਹੋਇਆ। ਇਹਦੇ ਪਿੱਛੇ ਕੀ ਕਾਰਨ ਹੈ? ਜਿਹੜਾ ਵੌਇਸ ਆਫ ਅਮਰੀਕਾ ਤਰਨ ਇਹ ਸਰਕਾਰੀ ਫੰਡਡ ਰੇਡੀਓ ਹੈ ਯੂਐਸ ਦਾ। ਉਹਦੀ ਜਿਹੜੀ ਡਿਪਟੀ ਡਾਇਰੈਕਟਰ ਹੈ ਜੀ, ਉਹਨੇ ਅਸਤੀਫਾ ਦੇ ਦਿੱਤਾ। ਰੀਜ਼ਨ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉੱਥੋਂ ਦੀਆਂ ਖਬਰਾਂ ਦੇ ਵਿੱਚ ਦਖਲ ਦੇ ਰਹੀ ਸੀ। ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀਗਾ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਤੁਸੀਂ ਖਾਸ ਕਰਕੇ ਬਲੈਕ ਲਾਈਵਸ ਮੈਟਰ ਹੈਗਾ, ਇਹਦੇ ਵਿੱਚ ਜੋ ਕੁਝ ਹੋ ਰਿਹਾ, ਇਹਦੀ ਜਿਹੜੀ ਐਕਸਪੋਜ਼ਰ ਆ ਰਿਹਾ ਹੈ, ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਵੀ ਇਹ ਬੰਦ ਕੀਤਾ ਜਾਵੇ, ਨਹੀਂ ਤਾਂ ਤੁਹਾਨੂੰ ਇਹਦਾ ਕੁਛ ਨਾ ਕੁਛ ਤੰਗੀ ਕੀਤੀ ਜਾ ਰਹੀ ਸੀ। ਉਹਨੇ ਚੁੱਪ ਕਰਕੇ ਜੀ ਉਹਦੇ ਦੋ ਜਿਹੜੇ ਅਫਸਰਸ ਹੈਗੇ ਉਹਨਾਂ ਨੇ ਵੌਇਸ ਆਫ ਅਮਰੀਕਾ ਤੋਂ ਅਸਤੀਫਾ ਦੇ ਦਿੱਤਾ ਜੀ। ਨੋਵਾ ਸਕੋਸ਼ੀਆ ਦੀ ਜਿਹੜੀ
ਪ੍ਰਿੰਸੀਪਲ ਆ ਉਹਨਾਂ ਦੇ ਕਦਮ ਦੀ ਸਭ ਪਾਸੇ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਖਾਸ ਤੌਰ ਤੇ ਕੈਨੇਡੀਅਨਸ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲਾਈਕ ਕਰ ਰਹੇ ਨੇ। ਉਹਨਾਂ ਨੇ ਵੀਕਐਂਡ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਕਿ ਹੁਣ ਕਿੰਨੇ ਦਿਨ ਦਾ ਵੀਕਐਂਡ ਹੋਇਆ ਕਰੇਗਾ। ਨਿਊਜ਼ੀਲੈਂਡ ਦੇ ਵਿੱਚ ਇਹ ਮਾਮਲਾ ਉੱਠਿਆ ਸੀ, ਕੈਨੇਡਾ ਵਿੱਚ ਵੀ ਸੁਰਖੀਆਂ ਵਿੱਚ ਆਇਆ ਸੀ ਤੇ ਹੁਣ ਨੋਵਾ ਸਕੋਸ਼ੀਆ ਨੇ ਇੱਕ ਪਹਿਲ ਕੀਤੀ ਆ। ਸੋ ਇਹ ਵੀ ਦੱਸਿਓ ਕਿ ਕਿੰਨੇ ਹਫ਼ਤੇ ਕੰਮ ਕਰਨਾ ਪਏਗਾ ਤੇ ਕਿੰਨੇ ਹਫ਼ਤੇ ਦੀਆਂ ਛੁੱਟੀਆਂ ਹੋਣਗੀਆਂ। ਡਿਸਟ੍ਰਿਕਟ ਆਫ ਗਾਇਸਬੋਰੋ ਜੀ ਨੋਵਾ ਸਕੋਸ਼ੀਆ ਦੇ ਇੱਕ ਜਗ੍ਹਾ ਹੈਗੀ ਹੈ ਛੋਟੀ ਜੀ, ਉੱਥੋਂ ਦਾ ਜਿਹੜੀ ਮਿਊਨਿਸਪੈਲਿਟੀ ਉਹਨੇ ਫੈਸਲਾ ਕਰ ਲਿਆ ਕਿ ਅਗਲੇ 9 ਮਹੀਨਿਆਂ ਵਾਸਤੇ ਇਟਸ ਔਨ ਅ ਟ੍ਰਾਇਲ ਬੇਸਿਸ 4 ਦਿਨਾਂ ਦਾ ਹਫਤਾ ਹੋਵੇਗਾ ਜੀ। 4 ਦਿਨਾਂ ਦਾ ਹਫਤਾ ਕਿਹੜੇ ਹਿਸਾਬ 'ਚ ਹੋਵੇਗਾ? ਉਹਨਾਂ ਨੇ ਚੁਆਇਸ ਦਿੱਤੀ ਹੈ EMPLOYEES ਨੂੰ। ਜਿਹਨੇ ਮੰਡੇ ਕੰਮ ਕਰਨਾ ਉਹ ਥਰਸਡੇ ਤੱਕ ਕਰੇਗਾ, ਜਿਹਨੇ ਟਿਊਜ਼ਡੇ ਕੰਮ ਕਰਨਾ ਉਹ ਫਰਾਈਡੇ ਤੱਕ ਕੰਮ ਕਰੇਗਾ। ਸੋ ਇਹ ਨਹੀਂ ਹੈ ਵੀ ਅਸੀਂ 4 ਦਿਨ ਹੀ ਖੋਲਣੀ ਹੈ, ਨਹੀਂ, ਜਿਹੜਾ ਆਫਿਸ ਆ ਉਹ 5 ਦਿਨ ਹੋਈ ਖੁੱਲਿਆ ਕਰੇਗਾ। ਕੁਝ ਇੱਕ ਦਿਨ ਪਹਿਲਾਂ ਕੰਮ ਕਰਿਆ ਕਰਨਗੇ, ਕੁਝ ਇੱਕ ਦਿਨ ਬਾਅਦ ਚ ਕੰਮ ਕਰੇਗਾ। ਰੀਜ਼ਨ ਕਹਿੰਦੇ ਵੀ ਜਿਹੜਾ ਕੋਵਿਡ ਕਰਕੇ ਆ ਕਿ ਜਿਹੜੀਆਂ ਫੈਮਲੀਜ਼ ਨੇ ਇੱਕ ਦੂਜੇ ਤੋਂ ਬਹੁਤ ਦੂਰ ਰਹਿੰਦੀਆਂ ਨੇ ਤੇ ਬੱਚੇ ਕਈ ਵਾਰੀ ਘਰੇ ਹੈਗੇ ਨੇ, ਸਕੂਲ ਜਾ ਨਹੀਂ ਸਕਦੇ, ਉਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਦੇ ਹੋਏ ਇਹ 4 ਦਿਨਾਂ ਦਾ ਹਫਤਾ ਕਰ ਦਿੱਤਾ ਗਿਆ। ਔਰ ਮੈਨੂੰ ਇਉਂ ਲੱਗਦਾ ਤਰਨ ਇਹ ਇੱਕ ਐਗਜ਼ਾਮਪਲ ਸੈੱਟ ਹੋਏਗੀ ਔਰ ਹੋ ਸਕਦਾ ਇਹਨਾਂ ਨੂੰ ਫੋਲੋ ਕਰਨ ਵਾਸਤੇ ਹੋਰ ਬੜੀਆਂ ਮਿਊਨਿਸਪੈਲਿਟੀਜ਼ ਵੀ ਇਸ ਗੱਲ ਨੂੰ ਟਰਾਈ ਕਰਨਗੀਆਂ, ਕਿਉਂਕਿ ਆਵਾਜ਼ ਅਖੀਰ ਹੌਲੀ ਹੌਲੀ ਉੱਠਦੀ ਹੁੰਦੀ। ਹੁਣ ਤੱਕ 4 ਦਿਨਾਂ ਦੇ ਹਫਤੇ ਦੀ ਗੱਲ ਸ਼ੁਰੂ ਨਹੀਂ ਸੀ ਹੋਈ ਜੀ, ਠੀਕ ਹੈ। ਹੁਣ ਇਹ ਗੱਲ ਧੂਲ ਫੜਨ ਲੱਗ ਪਈ ਹੈ ਔਰ ਕਈ ਥਾਵਾਂ ਤੇ ਆਲਰੇਡੀ ਹੈਗਾ ਹੀ ਹੈ। ਮਿਊਨਿਸਪੈਲਿਟੀ ਨੇ ਆਲਰੇਡੀ ਲਾਗੂ ਕਰ ਦਿੱਤਾ ਹੈ। ਹੁਣ ਲੱਗਦਾ ਇਹਨੂੰ ਦੇਖਾ ਦੇਖੀ ਜਿਵੇਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ, ਲੱਗਦਾ ਹੋਰਾਂ ਥਾਵਾਂ ਦੇ ਉੱਤੇ ਇਹ ਗੱਲ ਸ਼ੁਰੂ ਹੋ ਜਾਏਗੀ। ਐਕਚੁਅਲੀ ਜੇ ਆਮ ਇਨ ਫੇਵਰ ਆਫ ਦੈਟ। ਰੀਜ਼ਨ ਬੀਇੰਗ ਇਸ ਤੁਸੀਂ ਇਮੇਜਿਨ ਕਰੋ ਸਾਵੇਂ ਤਾਂ 5 ਦਿਨ ਲੋਕ ਸੜਕਾਂ ਤੇ ਤੁਰੇ ਫਿਰਦੇ ਆ, ਸਾਵੇਂ 4 ਦਿਨ ਹੈਗੇ ਆ। ਜਿਹੜਾ 5ਵਾਂ ਦਿਨ ਆ ਉਹ ਚ ਥੋੜੇ ਘੱਟ ਹੋਣਗੇ, ਟ੍ਰੈਫਿਕ ਘਟਦਾ, ਆਪਣੇ ਸਿਸਟਮ ਦੇ ਉੱਤੇ ਪ੍ਰੈਸ਼ਰ ਘਟਦਾ, ਟ੍ਰਾਂਜ਼ਿਟ ਸਿਸਟਮ ਤੇ ਪ੍ਰੈਸ਼ਰ ਘਟਦਾ। ਹੋਪਫੁਲੀ ਆਈ ਐਗਰੀ ਵਿਦ ਦਿਸ ਥਿੰਗ। ਬਿਲਕੁਲ ਸਰ, ਹੁਣ ਥੋੜਾ ਜਿਹਾ ਏਸ਼ੀਆ ਦਾ ਰੁਖ ਕਰ ਲਈਏ, ਜਿੱਥੇ ਹੁਣ ਕਰੋਨਾ ਵਾਇਰਸ ਲਗਾਤਾਰ ਪੈਰ ਪਸਾਰਿਆ। ਦੁਨੀਆ ਦੇ 2 ਵੱਡੇ ਮੁਲਕ ਜਿੱਥੇ ਆਬਾਦੀ ਸਭ ਤੋਂ ਵੱਧ ਹੈਗੀ ਆ ਉੱਥੇ ਹੈਗੇ ਨੇ ਏਸ਼ੀਆ ਦੇ ਵਿੱਚ, ਇੱਕ ਚਾਈਨਾ ਤੇ ਦੂਜਾ ਇੰਡੀਆ। ਸੋ ਲਗਾਤਾਰ ਮਾਮਲੇ ਵਧ ਰਹੇ ਨੇ। ਇੰਡੀਆ ਦੀ ਗੱਲ ਕੀਤੀ ਤਾਂ 60% ਇੰਡੀਆ ਦੇ ਜਿਹੜੇ ਮੈਟਰਸ ਨੇ ਕਰੋਨਾ ਵਾਇਰਸ ਦੇ ਉਹ 3 ਸਟੇਟਸ ਤੋਂ ਆ ਰਹੇ ਨੇ, ਮਹਾਰਾਸ਼ਟਰ, ਤਾਮਿਲਨਾਡੂ ਤੇ ਨਾਲ ਨਿਊ ਦਿੱਲੀ। ਪਾਕਿਸਤਾਨ ਦੀ ਗੱਲ ਕਰੀਏ, ਇੱਥੇ ਮਾਮਲੇ ਆ 1.5 ਲੱਖ ਦੇ ਕਰੀਬ ਹੋਣ ਵਾਲੇ ਆ ਤੇ ਹੁਣ ਸੁਣਨ ਵਿੱਚ ਆ ਰਿਹਾ ਚਾਈਨਾ ਜਿਹਦੀ ਕਾਫੀ ਵਾਹਵਾ ਹੋ ਰਹੀ ਸੀ ਕਿ ਕੰਟਰੋਲ ਕਰ ਲਿਆ, ਕੋਈ ਨਵਾਂ ਕੇਸ ਨਹੀਂ ਆ ਰਿਹਾ। ਹੁਣ 57 ਕੇਸ ਸਾਹਮਣੇ ਆਏ ਨੇ ਜੋ ਕਿ ਮਿਡ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਨੇ। ਕਿ ਚਾਈਨਾ ਵਿੱਚ ਮੁੜ ਤੋਂ ਪੈਰ ਪਸਾਰਨ ਲੱਗ ਪਿਆ? ਸਰਨ ਮੈਂ ਤਕਰੀਬਨ ਹਰ ਰੋਜ਼ ਦੇਖਦਾ ਜਿਹੜਾ ਕਰੋਨਾ ਵਾਇਰਸ ਆਪਣੇ ਮੈਪ ਚੱਲਦਾ ਉਹ ਚਾਰਟ ਦੇ ਤੇ ਚਾਈਨਾ ਦਾ ਨੰਬਰ ਬਹੁਤ ਥੱਲੇ ਚਲਾ ਗਿਆ ਸੀ। ਜਿੱਥੇ ਉਹ ਨੰਬਰ ਸੀਗਾ ਉਹ ਉੱਥੇ ਹੀ ਖੜਾ ਤੇ ਬਾਕੀ ਸੁੱਖ ਨਾਲ ਹੋਰ ਦੋਸ਼ ਉਹਨਾਂ ਤੋਂ ਬੜੇ ਅੱਗੇ ਨਿਕਲ ਗਏ ਨੇ। ਬੜੀ ਬਹੁਤ ਮਾੜੀ ਗੱਲ ਹੈਗੀ ਜਿਨ੍ਹਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਚਾਈਨਾ ਦੇ ਵਿੱਚ ਜਿਹੜੇ ਹੁਣ ਕੇਸ ਆਏ ਨੇ ਇਹ ਬੀਜਿੰਗ ਦੇ ਵਿੱਚ ਆਏ ਨੇ। ਬੀਜਿੰਗ ਦੀ ਵੀ ਉਹਨਾਂ ਨੇ the way they are working, the way they are telling ਵੀ ਉੱਥੋਂ ਦੀ ਇੱਕ ਸੁਪਰ ਮਾਰਕੀਟ ਆ, ਮੇਰੇ ਖਿਆਲ ਦੁਨੀਆ ਦੀ one of the biggest ਫੂਡ ਮਾਰਕੀਟ ਆ, ਉਹ ਕਹਿੰਦੇ ਉੱਥੋਂ ਸ਼ੁਰੂ ਹੋਇਆ। ਔਰ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਆਲਰੇਡੀ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਐਂਡ ਦੇ ਆਰ ਟ੍ਰਾਈਂਗ ਟੂ ਕੰਟਰੋਲ ਦਿਸ ਥਿੰਗ। ਐਂਡ ਪਾਕਿਸਤਾਨ ਦੀ ਗੱਲ ਹੈਗੀ ਜੀ, ਪਾਕਿਸਤਾਨ ਦੇ ਵਿੱਚ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ, ਕੰਟਰੋਲ 'ਚ ਨਹੀਂ ਆ ਰਿਹਾ। ਤੁਸੀਂ ਗੱਲ ਕੀਤੀ ਹੈ ਇੰਡੀਆ ਦੀ। ਇੰਡੀਆ ਦੇ ਵਿੱਚ ਹੁਣ ਤੁਸੀਂ ਇਹ ਕਿਵੇਂ ਹੋ ਸਕਦਾ ਵੀ ਇਕੱਲੇ 3 ਸੂਬਿਆਂ 'ਚ ਹੀ ਹੋਣ, ਬਾਕੀ ਛੇ ਨਹੀਂ। ਅੱਗੇ ਆਪਾਂ ਗੱਲ ਕਰਦੇ ਸੀ ਵੀ ਮਹਾਰਾਸ਼ਟਰ ਤੇ ਨਵੀਂ ਦਿੱਲੀ ਦੀ ਗੱਲ ਚੱਲਦੀ ਹੈ। ਰੀਜ਼ਨ ਬੀਇੰਗ ਆਪਾਂ ਰੀਜ਼ਨ ਇਹ ਦਿੱਤਾ ਸੀਗਾ ਕਿ ਉੱਥੇ ਆਪੋਜੀਸ਼ਨ ਸਰਕਾਰਾਂ ਨੇ, ਬੀਜੇਪੀ ਦੀਆਂ ਸਰਕਾਰਾਂ ਨਹੀਂ ਹੈਗੀ। ਹੁਣ ਤਾਮਿਲਨਾਡੂ ਦੇ ਵਿੱਚ ਰਹੇ ਇਹ ਤਾਂ ਹੋ ਨਹੀਂ ਸਕਦਾ, ਤਿੰਨਾਂ ਦੇ ਵਿੱਚ ਹੈ, ਹਰ ਜਗ੍ਹਾ ਤੇ ਹੈ ਜੀ। ਸਰਕਾਰ ਨੂੰ ਇਹ ਐਕਸੈਪਟ ਕਰ ਲੈਣਾ ਚਾਹੀਦਾ, ਸ਼ੀਸ਼ੇ 'ਚ ਦੇਖਣਾ ਚਾਹੀਦਾ ਆਪਦੇ ਆਪ ਨੂੰ ਔਰ ਇਹਦਾ ਬਹੁਤ ਸੀਰੀਅਸਲੀ ਮੁਕਾਬਲਾ ਕਰਨਾ ਚਾਹੀਦਾ। ਜਿੰਨਾ ਡਿਲੇ ਹੋ ਰਿਹਾ, ਮੈਂ ਤਾਂ ਫਿਰ ਗੱਲ ਕਹੀ ਜਾਂਦੀ ਹੈ ਇਹ ਤਾਲੀ ਵਜਾਉਣ ਨਾਲ, ਥਾਲੀ ਵਜਾਉਣ ਨਾਲ, ਮੁਫਤੀਆਂ ਜਗ੍ਹਾ ਪਟਾਕੇ ਚਲਾਉਣ ਨਾਲ ਨਹੀਂ ਜਾਣਾ। ਇਹ ਤੇ ਕੰਟਰੋਲ ਕਰੋਗੇ ਤਾਂ ਹੀ ਜਾਣਾ। ਆਪਾਂ ਰॉयटर्स ਦੀ ਖਬਰ ਦਿੱਤੀ ਸੀਗੀ, ਆਪਾਂ ਵਾਸ਼ਿੰਗਟਨ ਪੋਸਟ ਦੀ ਖਬਰ ਦਿੱਤੀ ਹੈ ਜਿਨ੍ਹਾਂ ਨੇ ਰੈਫਰੈਂਸ ਦੇ ਨਾਲ ਖਬਰਾਂ ਦਿੱਤੀਆਂ ਨੇ ਰਿਗਾਰਡਿੰਗ ਇੰਡੀਆ। ਆਪਾਂ ਕਿਸੇ ਐਸੀ ਮਾੜੇ ਮੋਟੇ ਸੋਰਸ ਸੀ ਕਦੇ ਵੀ ਗੱਲ ਨਹੀਂ ਕਰਦੇ ਆ। ਔਰ ਉਹਨਾਂ ਦੀਆਂ ਜਿਹੜੀਆਂ ਰਿਪੋਰਟਸ ਹੈਗੀਆਂ ਨੇ ਉਹ ਗਲਤ ਨਹੀਂ ਹੈਗੀਆਂ। ਉਹਨਾਂ ਨੂੰ ਇੰਡੀਆ ਮਸਟ ਕੰਸੀਡਰ ਦੋਜ਼ ਥਿੰਗਸ। ਸਰਕਾਰ ਨੂੰ ਪਤਾ ਹੈ, ਐਸੀ ਗੱਲ ਨਹੀਂ ਹੈ, ਇਹ ਨਹੀਂ ਹੁੰਦਾ ਸਰਕਾਰ ਨੂੰ ਪਤਾ ਨਾ ਹੋਵੇ, ਪਰ ਉਹਨੂੰ ਕੰਟਰੋਲ ਕਰਨ ਦਾ ਬਾਰੇ ਸੋਚੇ ਨਾ ਕਿ ਕਿਸੇ ਹੋਰ ਥਾਂ ਦੀ ਆਪਣੀ ਸਿਆਸਤ ਕਰਨੀ ਕਰੋ। ਸਿਆਸਤ ਵਿੱਚ ਹੈਗਾ, ਤੁਸੀਂ ਸਿਆਸਤ ਕਰੋ, ਯੂ ਆਰ ਅਲਾਉਡ ਟੂ ਡੂ ਦੈਟ। ਪਰ ਪਹਿਲਾਂ ਤੁਹਾਡੀ ਜਿਹੜੀ ਪ੍ਰੈਫਰੈਂਸ ਹੈਗੀ ਆ, ਜਿਹੜਾ ਤੁਹਾਡਾ ਸਿਟੀਜ਼ਨ ਹੈਗਾ, ਜਿਹੜੇ ਤੁਹਾਡੇ ਲੋਕ ਨੇ, ਉਹਨਾਂ ਦੇ ਬਚਾਅ ਵਾਸਤੇ ਚਾਹੀਦਾ ਜਿਹੜਾ ਲੋਕਾਂ ਨੇ ਇਲੈਕਟ ਕਰਕੇ ਤੁਹਾਨੂੰ ਉੱਥੇ ਭੇਜਿਆ। ਬਿਲਕੁਲ। ਪਾਕਿਸਤਾਨ ਦੀ ਖਬਰ ਸਾਹਮਣੇ ਆਈ ਹੈ, ਜਿਹੜੇ ਇੰਡੀਅਨ ਕਾਉਂਸਲ ਦੇ 2 ਮੁਲਾਜ਼ਮ ਪਹਿਲਾਂ ਕਿਹਾ ਜਾ ਰਿਹਾ ਸੀ ਲਾਪਤਾ ਹੋ ਗਏ, ਬਾਅਦ ਚ ਪਤਾ ਲੱਗਿਆ ਕਿ ਉਹ ਗ੍ਰਿਫਤਾਰ ਕੀਤੇ ਗਏ ਨੇ। ਹੁਣ ਸੁਣਨ ਵਿੱਚ ਆ ਰਿਹਾ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਉਹਨਾਂ ਦੀ ਕਾਰ ਵੀ ਛੱਡਤੀ ਹੈ ਜੀ। ਉਹਨਾਂ ਦੀ ਕਾਰ ਜਿਹੜੀ ਸਟੋਰੀ ਆਈ ਹੈ ਬਾਹਰ, ਉਹ ਸਟੋਰੀ ਇਹ ਹੈ ਜੀ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਿ ਉਹ ਹਿੱਟ ਐਂਡ ਰਨ
ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਦ ਵੇ ਪਾਕਿਸਤਾਨ ਗਵਰਨਮੈਂਟ ਇਜ਼ ਸੇਇੰਗ ਉਹ ਹਿਟ ਐਂਡ ਰਨ ਜਿਹੜਾ ਹੈਗਾ ਉਹਦੇ 'ਚ ਕੰਟਰੋਲ ਕੀਤਾ ਗਿਆ ਪਰ ਉਹ ਅਖੀਰ ਹੁਣ ਛੱਡ ਦਿੱਤਾ ਕਿਉਂਕਿ ਸਾਡੇ ਪਾਕਿਸਤਾਨ ਦੇ ਨਾਲ ਜਦੋਂ ਦਾ ਸਾਡੇ ਰਿਲੇਸ਼ਨ ਸੁਖਾਵੇਂ ਨਹੀਂ ਰਹੇ ਹੈਗੇ ਆ ਉਦੋਂ ਦਾ ਸਾਡਾ ਫੁੱਲ ਫਲੈਜਡ ਉੱਥੇ ਸਾਡਾ ਆਫਿਸ ਨਹੀਂ ਕੰਮ ਕਰ ਰਿਹਾ ਉਹਦੇ 'ਚ ਜਿਹੜਾ ਸਾਡਾ ਐਂਬੈਸਡਰ ਸੀਗਾ ਉੱਥੋਂ ਵਾਪਸ ਆ ਗਿਆ ਸੀਗਾ ਹੁਣ ਜਿਹੜਾ ਸਟਾਫ ਹੈਗਾ ਉਹ ਕੰਮ ਕਰ ਰਿਹਾ ਹੈਗਾ ਪਰ ਉਹਦੇ ਵਿੱਚੋਂ ਉਹਨਾਂ ਨੂੰ ਛੱਡ ਦਿੱਤਾ ਗਿਆ ਪਹਿਲਾਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਹਿਲਾਂ ਸਾਡੇ ਪਾਕਿਸਤਾਨ ਇੰਡੀਆ ਵਾਲੇ ਪਾਸੇ ਵੀ ਇਹੋ ਜਿਹਾ ਕੁਝ ਹੋਇਆ ਹੁਣ ਪਾਕਿਸਤਾਨ ਵਾਸਤੇ ਜਿਹਨੂੰ ਟਿਟ ਫॉर ਟੈਟ ਹੈ ਜੀ ਇਹੋ ਜਿਹਾ ਕੁਝ ਹੋ ਰਿਹਾ ਹੈ ਹੋਰ ਕੁਝ ਕੰਮ ਕਰਨ ਵਾਲਾ ਲੱਗਦਾ ਨਹੀਂ ਇਹਨਾਂ ਨੂੰ ਦੇ ਸ਼ੁੱਡ ਬੀ ਥਿੰਕਿੰਗ ਸੀਰੀਅਸਲੀ ਅਬਾਊਟ देयर ਓਨ ਸਿਟੀਜ਼ਨ ਇਨਸਟੈਡ ਆਫ ਇਹੋ ਜਿਹੇ ਗੱਲਾਂ ਕਰਨ ਦੀ ਥਾਂ ਤੇ ਭਾਰਤ ਦੀ ਚਾਈਨਾ ਨਾਲ ਵੀ ਹੋ ਚੁੱਕੀਆਂ ਹੋਣੀ ਤਾਜ਼ਾ ਵਿਵਾਦ ਭਾਰਤ ਦਾ ਹੁਣ ਪਾਕਿਸਤਾਨ ਨਾਲ ਵੀ ਹੋ ਚੁੱਕਿਆ ਤੇ ਭਾਰਤ ਦਾ ਹੁਣ ਨੇਪਾਲ ਨਾਲ ਵੀ ਹੋਣ ਜਾ ਰਿਹਾ ਸੁਣਿਆ ਕਿ ਨੇਪਾਲ ਦੀ ਪਾਰਲੀਮੈਂਟ ਦੇ ਵਿੱਚ ਇੱਕ ਅਜਿਹਾ ਨਕਸ਼ਾ ਪਾਸ ਕੀਤਾ ਗਿਆ ਹੈ ਜਿਹਨੂੰ ਭਾਰਤ ਬਹੁਤ ਜ਼ਿਆਦਾ ਇਤਰਾਜ਼ ਜਤਾ ਰਿਹਾ ਹੈ ਇਹ ਉਹਦੇ ਜਵਾਬ ਵਿੱਚ ਹੈ ਤਰਨ ਆਪਾਂ ਮੇਰੇ ਖਿਆਲ ਹਫ਼ਤਾ ਪਹਿਲਾਂ ਗੱਲ ਕੀਤੀ ਸੀ 10 ਦਿਨ ਪਹਿਲਾਂ ਗੱਲ ਕੀਤੀ ਹੋਵੇਗੀ ਕਿ ਇੰਡੀਆ ਨੇ ਇੱਕ ਸੜਕ ਕੱਢੀ ਹੈ ਲਦਾਖ ਦੇ ਏਰੀਆ ਨੂੰ ਜਾਣ ਵਾਸਤੇ ਜਿਹੜੀ ਕਿ ਨੇਪਾਲ ਦੇ ਵਿੱਚ ਦੀ ਕੱਢਤੀ ਜੀ ਨੇਪਾਲ ਕਹਿੰਦਾ ਵੀ ਉਹ ਜਿਹੜੀ ਜਗ੍ਹਾ ਸਾਡੀ ਹੈ ਤੇ ਇੰਡੀਆ ਕਹਿੰਦਾ ਉਹ ਜਗ੍ਹਾ ਸਾਡੀ ਹੈ ਹੁਣ ਨੇਪਾਲ ਦੀ ਪਾਰਲੀਮੈਂਟ ਨੇ ਉਹਦੇ ਚ ਕੋਈ ਵੀ ਵਿਰੋਧ ਵਿੱਚ ਉਹਨਾਂ ਦੇ ਵੋਟ ਨਹੀਂ ਪਈ ਉਹਨਾਂ ਨੇ 3 ਥਾਵਾਂ ਨਾਲ ਉਹਨਾਂ ਨੇ ਕਲੇਮ ਕੀਤਾ ਜਿਹੜੀਆਂ ਇੰਡੀਆ ਕਹਿੰਦਾ ਸਾਡੀਆਂ ਨੇ ਹੁਣ ਦੇਖੋ ਇਹਨਾਂ ਦਾ ਮਸਲਾ ਕਿੱਥੇ ਤੱਕ ਜਾਂਦਾ ਜੇ ਨੇਪਾਲ ਵਰਗਾ ਛੋਟਾ ਜਿਹਾ ਮੁਲਕ ਉਹ ਇਉਂ ਛੇਤੀ ਕਿਤੇ ਲੱਗਦਾ ਦਬਣ ਵਾਲਾ ਨਹੀਂ ਹੈ ਕੋਈ ਐਕਚੁਅਲੀ ਤੁਹਾਨੂੰ ਹੋਰ ਗੱਲ ਦੱਸਾਂ ਕਿਸੇ ਵੇਲੇ ਇਹ ਹੁਣ ਤਾਂ ਸੈਕੂਲਰ ਕੰਟਰੀ ਹੈ ਜੀ ਨੇਪਾਲ ਕਿਸੇ ਵੇਲੇ ਦੁਨੀਆ ਦੇ ਵਿੱਚ ਇੱਕੋ ਇੱਕ ਹਿੰਦੂ ਕੰਟਰੀ ਸੀਗਾ ਜਿਹੜਾ ਨੇਪਾਲ ਹੈ ਇੰਡੀਆ ਸਟਿਲ ਇਜ਼ ਅ officially secular country ਤੇ now Nepal is secular country as well is not a Hindu country anymore ਬਿਲਕੁਲ ਜੀ ਖਬਰਾਂ ਹਜੇ ਹੋਰ ਵੀ ਜ਼ਿਆਦਾ ਵਿਚਾਰ ਕਰਨ ਵਾਲੀਆਂ ਸੀ ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਤੇ ਉਸ ਤੋਂ ਬਾਅਦ ਇੱਕ ਹੋਰ ਲਾਈਵ ਜਿਹੜਾ ਸਾਡਾ ਸ਼ੁਰੂ ਹੋਣ ਜਾ ਰਿਹਾ ਸੋ ਸਰ ਜਾਣ ਤੋਂ ਪਹਿਲਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਅਸੀਂ ਜ਼ਰੂਰ ਰਾਬਤਾ ਕਾਇਮ ਕਰਨਾ ਚਾਹਾਂਗੇ ਬਿਲਕੁਲ ਜੀ ਬਿਲਕੁਲ ਇਸ ਤੋਂ ਪਹਿਲਾਂ ਕਿ ਤੁਹਾਡਾ ਇੰਟਰਸਟਿੰਗ ਫੈਕਟ ਜਾਣੀਏ ਜਿਹੜੇ ਇਸ ਵਕਤ ਦਰਸ਼ਕ ਸਾਡਾ ਪ੍ਰੋਗਰਾਮ ਫੇਸਬੁੱਕ ਤੇ ਦੇਖ ਰਹੇ ਨੇ ਉਹਨਾਂ ਦੇ ਨਾਮ ਨੇ ਜੀ ਰੁਪਿੰਦਰ ਬਾਜਵਾ ਸੀਮਾ ਚੰਦੇਲ ਬਲਜੀਤ ਕੌਰ ਖੁਸ਼ਵੰਤ ਸਿੰਘ ਆਲੂਵਾਲੀਆ ਰਾਸ ਕਾਲੋਂ ਸੌਰਭ ਟੰਡਨ ਭੁਪੇਸ਼ ਗੋਇਲ ਗੁਰਵਿੰਦਰ ਸਿੰਘ ਕਰਮਜੀਤ ਹਰਸ਼ ਸਿੰਘ ਗਗਨਦੀਪ ਧੋਨਾ ਖੁਸ਼ਵੰਤ ਸਿੰਘ ਆਲੂਵਾਲੀਆ ਅਮਰਜੀਤ ਕੌਰ ਮਨਦੀਪ ਪੁਨੀਆ ਪੱਟੀ ਪਲਵਿੰਦਰ ਸਿੰਘ ਪੌਲ ਚੋਪੜਾ ਜਸਵੀਰ ਕੁਲਾਰ ਮਧੂ ਥਾਪਰ ਬਲਜਿੰਦਰ ਸੇਖੋਂ ਅਮਰਜੀਤ ਸਿੰਘ ਪੁਸ਼ਪਿੰਦਰ ਕੌਰ ਸਰਬਜੀਤ ਸਿੰਘ ਬਲਜੀਤ ਗਿੱਲ ਸੇਵਾ ਸਿੰਘ ਥੈਂਕ ਯੂ ਸੋ ਮਚ ਜੀ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਆਪਣੇ ਜਿਹੜੇ ਤੁਸੀਂ ਕੀਮਤੀ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਹੋ ਕੋਸ਼ਿਸ਼ ਕਰਦੇ ਹੁੰਦੇ ਕਿ ਇਹਨਾਂ ਦੇ ਜਵਾਬ ਵੀ ਅਸੀਂ ਦਈਏ ਜੀ ਸਰ ਤਰਨ ਥੈਂਕ ਯੂ ਵੈਰੀ ਮੱਚ ਜਿਹੜੇ ਆਪਣਾ ਪ੍ਰੋਗਰਾਮ ਦੇਖਦੇ ਆ ਵਿਚਾਰ ਦਿੰਦੇ ਨੇ ਸਲਾਹਾਂ ਦਿੰਦੇ ਨੇ ਸਵਾਲ ਕਰਦੇ ਨੇ ਜੀ ਅਸੀਂ ਤੁਹਾਡੇ ਸਾਰਿਆਂ ਧੰਨਵਾਦੀ ਹਾਂ ਸੌਰੀ ਪਿਛਲੇ 3 ਦਿਨਾਂ ਤੋਂ ਮੈਨੂੰ ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀਗਾ ਮੇਰੀ ਆਵਾਜ਼ ਵੀ ਪ੍ਰੋਪਰਲੀ ਨਹੀਂ ਆਉਂਦੀ ਰਹੀ ਹੈ ਮੈਂ ਤੁਸੀਂ ਫਿਰ ਵੀ ਸਾਡਾ ਸਾਥ ਦਿੱਤਾ ਆਈ ਰੀਲੀ ਐਪਰੀਸ਼ੀਏਟ ਦੈਟ ਜਿਹੜੀ ਗੱਲ ਮੈਂ ਫਰਾਈਡੇ ਸੁਣਾਉਣੀ ਸੀ ਉੱਥੇ ਪੂਰੀ ਹੋ ਨਹੀਂ ਸਕੀ ਉਹੀ ਗੱਲ ਸੁਣਾ ਬਿਲਕੁਲ ਜੀ ਤਰਨ ਐਸੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਕਈ ਵਾਰੀ ਤੁਸੀਂ ਦੂਜੇ ਦੇ ਦੇਸ਼ ਜਾ ਕੇ ਕੁਝ ਕਰ ਪੈਂਦੇ ਹੋ ਜਿਹੀ ਗੱਲ ਹੋਈ ਇਹ ਯੂਐਸ ਨੇ ਕੀਤੀ ਸੀਗੀ ਜੀ ਯੂਐਸ ਤੇ ਕੈਨੇਡਾ ਦਾ ਜੀ ਰੌਲਾ ਪੈਂਦਾ ਰਿਹਾ ਬਹੁਤ ਦੇਰ ਕਿਸੇ ਦਿਨ ਇਹ ਤੇ ਵੀ ਗੱਲ ਕਰਾਂਗੇ ਇਹਨਾਂ ਰੌਲਾ ਪੈਂਦਾ ਰਿਹਾ ਅਖੀਰ ਐਸੀ ਗੱਲ ਹੋਈ ਕਿ ਜਿਹੜੀ ਰਿਵਰ ਸ਼ੈਪਲਨ ਹੈਗੀ ਆ ਕੁਬੈਕ ਦੇ ਏਰੀਆ ਦੇ ਨੇੜੇ ਹੈਗੀ ਆ ਉੱਥੇ ਜਦੋਂ ਰੌਲਾ ਪੈਂਦਾ ਸੀਗਾ ਆਪਸ ਵਿੱਚ ਫਿਰ ਕਿਲਾ ਹੀ ਬਣਾਉਣਾ ਹੁੰਦਾ ਯੂਐਸ ਨੇ ਐਸੀ ਗੱਲ ਬਣਾਈ ਕਿ ਚਲੋ ਆਪਾਂ ਕਿਲਾ ਬਣਾਉਨੇ ਆ ਕੈਨੇਡਾ ਦੇ ਬਾਰਡਰ ਤੇ ਜਾ ਕੇ ਬਣਾਉਨੇ ਆ ਉੱਥੇ ਸਾਨੂੰ ਸੌਖਾ ਰਹੇਗਾ ਉਹ ਕਿਲੇ ਦੀ ਇੰਨੀ ਲੰਬੀ ਕੰਧ ਸੀਗੀ ਉਹ ਤੇ 25 ਤੋਪਾਂ ਬੀੜੀਆਂ ਜਾ ਸਕਦੀਆਂ ਟੁਵਰਡਸ ਕੈਨੇਡਾ ਕਿਲਾ ਤਕਰੀਬਨ 3 ਹਿੱਸੇ ਪੂਰਾ ਹੋ ਗਿਆ ਸੀਗਾ ਜੀ ਤੇ ਬਗਰੋ ਜਿਹੜਾ ਸਰਵੇਅਰ ਆ ਉਹਨੂੰ ਪਤਾ ਲੱਗਿਆ ਵੀ ਤੁਸੀਂ ਤਾਂ ਕੈਨੇਡਾ 'ਚ ਹੀ ਬਣਾਈ ਜਾਂਦੇ ਹੋ ਉਹ ਕਿਲਾ ਐਕਚੁਅਲੀ ਕੈਨੇਡਾ ਦੇ ਵਿੱਚ ਹੈ ਅਖੀਰ ਰਾਜੀਨਾਮਾ ਕਰਾ ਕੇ ਇਹਨਾਂ ਦਾ ਨਵੇੜਾ ਹੈ ਜੀ ਉਹਨੂੰ ਫੋਰਟ ਬਲੰਡਰ ਕਹਿੰਦੇ ਆ ਥੋੜੇ ਜਿਹਦੇ ਨਾਂ ਤੇ ਕਰਨਾ ਸੀਗਾ ਕਿਉਂਕਿ ਬਲੰਡਰ ਸੀਗਾ ਯੂਐਸ ਗਵਰਨਮੈਂਟ ਦਾ ਬਹੁਤ ਵੱਡਾ ਬਲੰਡਰ ਸੀ 1812 ਤੋਂ ਬਾਅਦ ਦੀ ਗੱਲ ਹੈਗੀ ਹੈ ਜੀ ਬਹੁਤ ਦੇਰ ਦੀ ਗੱਲ ਹੈ ਫੋਰਟ ਬਲੰਡਰ ਹੈ ਜੀ ਇਹ ਆਪਣੇ ਕੁਬੈਕ ਦੇ ਨੇੜੇ ਬਾਰਡਰ ਤੇ ਹੈਗਾ ਜੀ ਇਹ ਵੈਸੇ ਉਦੋਂ ਮਗਰੋਂ ਇਹ ਪੂਰਾ ਨਹੀਂ ਜੀ ਕੀਤਾ ਗਿਆ ਸਰਕਾਰਾਂ ਏਡੀਆਂ ਵੱਡੀਆਂ ਗਲਤੀਆਂ ਵੀ ਕਰ ਜਾਂਦੀਆਂ ਨੇ ਅਜੇ ਨਹੀਂ ਕਾਫੀ ਜੀ ਬਿਲਕੁਲ ਜੀ ਥੈਂਕ ਯੂ ਸੋ ਮਚ ਸਰ ਤੁਸੀਂ ਪ੍ਰੋਗਰਾਮ ਵਿੱਚ ਸਾਥ ਦਿੱਤਾ ਤੇ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਵੀ ਚਾਹਾਂਗੇ ਕਿ ਅੱਜ ਪ੍ਰੋਗਰਾਮ ਥੋੜਾ ਦੇਰੀ ਨਾਲ ਸ਼ੁਰੂ ਹੋਇਆ ਸੋ ਕੱਲ ਤੋਂ ਉਮੀਦ ਕਰਾਂਗੇ ਕਿ ਅਸੀਂ ਰੈਗੂਲਰ ਜਿਹੜਾ ਪ੍ਰੋਗਰਾਮ ਨਾਲ ਟਾਈਮਿੰਗ ਦੇ ਪ੍ਰੋਪਰ ਦੇਖ ਕੇ ਸ਼ੁਰੂਆਤ ਕਰੀਏ ਥੈਂਕ ਯੂ ਸੋ ਮਚ ਪ੍ਰੋਗਰਾਮ ਦੇਖਣ ਲਈ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਜੀ 3 ਤੋਂ ਲੈ ਕੇ 4 ਵਜੇ ਤੱਕ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਗੱਲਬਾਤ ਕਰਾਂਗੇ ਤੇ 6 ਤੋਂ 7 ਤੱਕ ਤੁਹਾਡਾ ਆਪਣਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਕਰਾਂਗੇ ਜੀ ਤਾਜ਼ਾ ਖਬਰਾਂ ਉੱਤੇ ਗੱਲਬਾਤ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ